ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਅਸੀਂ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਸਰੀਰਕ ਢਾਂਚਾ। ਸਰੀਰਕ ਢਾਂਚੇ ਦੇ ਨੁਕਸ ਬਹੁਤ ਜ਼ਿਆਦਾ ਪੈਣ ਲੱਗ ਪਏ ਨੇ ਅੱਜ ਕੱਲ੍ਹ। ਸਰੀਰਕ ਢਾਂਚੇ ਦੇ ਵਿੱਚ ਚਾਹੇ ਉਹ ਹੱਡੀਆਂ ਹੋਣ, ਪੱਠੇ ਹੋਣ, ਹਰ ਚੀਜ਼ ਜਿਹੜੀ ਉਹਦੇ ਵਿੱਚ ਆ ਜਾਂਦੀ ਹੈ। ਪੂਰੇ ਸਰੀਰਕ ਢਾਂਚੇ 'ਚ ਲੋਕ ਹਰ ਦੂਜੇ ਦਿਨ ਦੂਜਾ ਬੰਦਾ ਜਿਹੜਾ ਇਸ ਗੱਲ ਦੀ ਸ਼ਿਕਾਇਤ ਕਰ ਰਿਹਾ, ਮੇਰੇ ਇੱਥੇ ਦਰਦ ਹੋ ਰਿਹਾ, ਮੇਰੇ ਇੱਥੇ ਦਰਦ ਹੋ ਰਿਹਾ, ਮੇਰੇ ਇੱਥੇ ਦਰਦ ਹੋ ਰਿਹਾ, ਮੇਰੇ ਜੋੜਾਂ 'ਚ ਦਰਦ ਹੋ ਰਿਹਾ, ਮੇਰੇ ਪੱਠਿਆਂ 'ਚ ਦਰਦ ਹੋ ਰਿਹਾ। ਇਹਦੇ ਕੀ ਕਾਰਨ ਨੇ? ਕੀ ਬਹੁਤਾ ਜ਼ਿਆਦਾ ਖੜ੍ਹੇ ਰਹਿਣ ਕਰਕੇ ਹੋ ਜਾਂਦਾ? ਕਿ ਅਸੀਂ ਬਹੁਤ ਜ਼ਿਆਦਾ ਕੰਮ ਕਰ ਰਹੇ ਹਾਂ ਜਾਂ ਫਿਰ ਬਹੁਤ ਜ਼ਿਆਦਾ ਵਿਹਲੇ ਰਹਿ ਰਹੇ ਹਾਂ? ਕੀ ਸਾਡੇ ਅੰਦਰ ਦੀ ਖੁਰਾਕ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਜਿਹੜੇ ਸਾਡੇ ਢਾਂਚੇ ਨੂੰ ਖਰਾਬ ਕਰ ਰਹੀ ਹੈ, ਜਾਂ ਫਿਰ ਕੁਝ ਅਜਿਹਾ ਅਸੀਂ ਲੈ ਰਹੇ ਹਾਂ ਜਿਹਦੇ ਨਾਲ ਸਾਡਾ ਢਾਂਚਾ ਜਿਹੜਾ ਉਹ ਦਿਨ ਬਰ ਦਿਨ ਜਿਹੜਾ ਉਹ ਢਹਿਣ ਵਾਲੇ ਪਾਸੇ ਚਲਾ ਜਾ ਰਿਹਾ? ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਹੈਗੀ ਹੈ ਕਿ ਸਰੀਰਕ ਢਾਂਚਾ, ਉਹਦੇ ਚਾਹੇ ਹੱਡੀਆਂ ਆ ਜਾਣ, ਪੱਠੇ ਆ ਜਾਣ, ਜਿਹੜੇ ਸਰੀਰ ਦੇ ਹੋਰ ਅੰਗ ਸਾਰੇ ਆ ਜਾਣ, ਉਹ ਸਾਰੇ ਇਸ ਵੇਲੇ ਹਰ ਦੂਜਾ ਜਾਂ ਤੀਜਾ ਬੰਦਾ ਜਿਹੜਾ ਇਸ ਗੱਲ ਦੀ ਸ਼ਿਕਾਇਤ ਲੈ ਕੇ ਆ ਰਿਹਾ ਕਿ ਮੇਰਾ ਇੱਥੇ ਵੀ ਦਰਦ ਹੋ ਰਿਹਾ, ਮੇਰੇ ਉੱਥੇ ਵੀ ਦਰਦ ਹੋ ਰਿਹਾ, ਅਤੇ ਮੇਰੇ ਜੋੜ ਵੀ ਦੁਖ ਰਹੇ ਨੇ, ਮੇਰੇ ਪੱਠੇ ਵੀ ਦੁਖ ਰਹੇ ਨੇ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਥੱਕ ਗਿਆ। ਇਹ ਕਿੱਥੇ ਖੜੋਤ ਆ ਰਹੀ ਹੈ? ਕਿ ਅਸੀਂ ਕੁਝ ਐਸੇ ਵਾਲੇ ਪਾਸੇ ਜਾ ਰਹੇ ਹਾਂ ਕਿ ਸਾਡੀ ਜਿਹੜੀ ਆ ਹੁਣ ਜ਼ਿੰਦਗੀ ਜਿਹੜੀ ਆ ਬਹੁਤ ਜਲਦ ਖਤਮ ਹੋ ਰਹੀ ਹੈ ਲੋਕਾਂ ਦੀ? ਕੁਲਵੰਤ ਜੀ, ਸਰੀਰਕ ਢਾਂਚੇ ਦੇ ਵਿੱਚ ਜਿਹੜਾ ਸਭ ਤੋਂ ਥੱਲੇ ਹੈਗਾ ਹੱਡੀਆਂ ਨੇ, ਅਤੇ ਹੱਡੀਆਂ ਦੇ ਨਾਲ ਜੋੜ ਨੇ। 233 ਹੱਡੀਆਂ ਕਹੀਆਂ ਜਾਂਦੀਆਂ ਨੇ ਵੀ ਇੰਨੀਆਂ ਹੱਡੀਆਂ ਨੇ, ਉਹਦੇ ਜੋੜ ਨੇ, ਫਿਰ ਨਿੱਕੇ ਵੱਡੇ, ਫਿਰ ਉਹਦੇ ਉੱਪਰ ਪੱਠੇ ਨੇ, ਫਿਰ ਪੱਠਿਆਂ ਦੇ ਉੱਪਰ ਚਮੜੀ ਹੈ। ਤਾਂ ਇਹ ਸਾਰਾ ਸਰੀਰਕ ਢਾਂਚਾ ਬਣਦਾ ਇਹਦੇ ਨਾਲ, ਜਿਹਦੇ ਅੰਦਰ ਫਿਰ ਅੱਗੇ ਅੰਗ ਜਿਹੜੇ ਨੇ ਆਪੋ ਆਪਣੇ ਨੇ। ਉਹਦੇ 'ਚ ਜਿਹੜੇ ਕਿਤੇ ਹਾਰਟ ਹੈ, ਕਿਤੇ ਲਿਵਰ ਹੈ, ਕਿਤੇ ਸਪਲੀਨ ਹੈ, ਕਿਤੇ ਅੰਤੜੀਆਂ ਨੇ, ਕਿਤੇ ਖੂਨ ਦੀਆਂ ਨਾੜਾਂ ਨੇ, ਕੋਈ ਖੂਨ ਲਿਜਾਰੀ ਨਾੜ ਹੈ, ਕੋਈ ਲਿਆਰੀ ਨਾੜ ਹੈ। ਫਿਰ ਨਾੜੀ ਤੰਤਰ ਹੈ ਜਿਹੜਾ ਮੈਸੇਜ ਲੈ ਕੇ ਜਾਂਦਾ, ਸਿਨੇ ਲੈ ਕੇ ਵੀ ਆਉਂਦਾ, ਸਿਨੇ ਦੇ ਕੇ ਵੀ ਜਾਂਦਾ। ਤਾਂ ਇਹ ਸਾਰਾ ਸਿਸਟਮ, ਉਹਦਾ ਢਾਂਚਾ ਜਿਹੜਾ ਉਹ ਹੱਡੀਆਂ, ਜੋੜ ਬਣਾਉਣ ਦੇ ਨਾਲ ਜਿਹੜੇ ਕੁਛ ਪੱਠੇ ਨੇ, ਉਸ ਤੋਂ ਬਾਅਦ ਅਤੇ ਉਸ ਸਭ ਤੋਂ ਉੱਪਰੀ ਜਿਹੜੀ ਪਰਤ ਆ ਉਹ ਚਮੜੀ ਦੀ ਹੈ। ਤਾਂ ਇਹ ਜਿਹੜੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਆ, ਕਿਉਂਕਿ ਜੇ ਇਹਨੂੰ ਸਮਝੀਏ ਤਾਂ ਬਹੁਤ ਸਿੰਪਲ ਜੇ ਬਹੁਤ ਸਧਾਰਨ ਜਿਹੜੇ ਤਰੀਕੇ ਕੱਢੇ ਜਾ ਸਕਦੇ ਆ। ਜਿੱਦਾਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਸਰੀਰਕ ਢਾਂਚੇ ਨੂੰ ਠੀਕ ਰੱਖਣ ਵਾਸਤੇ, ਸਾਡੇ ਸਰੀਰ ਨੂੰ ਠੀਕ ਚੱਲਦਾ ਰੱਖਣ ਲਈ 80% ਕੁਦਰਤ ਦਾ ਰੋਲ ਹੁੰਦਾ, ਕਿ ਕੁਦਰਤ ਆਪਣੇ ਆਪ ਆਪਣੇ ਕੰਮ ਕਰਦੀ ਰਹਿੰਦੀ ਹੈ ਆਪਣੇ ਢੰਗ ਨਾਲ। ਉਹ ਸਾਥੋਂ ਵੀ ਨਹੀਂ ਪੁੱਛਦੀ, ਨਾ ਸਾਡੀ ਸਲਾਹ ਲੈਂਦੀ ਹੈ, ਨਾ ਉਹਨੂੰ ਸਲਾਹ ਲੈਣ ਦੀ ਕੋਈ ਲੋੜ ਹੁੰਦੀ ਹੈ। ਤਾਂ 20% ਸਾਡੇ ਹੱਥ 'ਚ ਹੁੰਦਾ, ਅਤੇ ਉਸ 20% ਜਿਹੜਾ ਸਾਡੇ ਹੱਥ 'ਚ ਵੀ ਹੈ, ਉਹਦਾ ਵੀ ਅੱਗੇ 80% ਸਾਡੇ ਆਪਣੇ ਪਰਸਨਲ ਹੱਥ 'ਚ ਹੈ। ਕਿਸੇ ਡਾਕਟਰ ਦੀ ਲੋੜ ਨਹੀਂ ਹੈ ਉਹਦੇ ਲਈ। ਯਾਨੀ ਕਿ ਟੋਟਲ ਤੁਸੀਂ ਲਾਓਗੇ, ਤੁਸੀਂ ਪਹਿਲਾਂ ਤਾਂ 80% ਕੁਦਰਤ ਦੇ ਹੱਥ 'ਚ ਹੈ, ਸਾਨੂੰ ਵੀ ਨਹੀਂ ਪੁੱਛਦੀ ਉਹ ਕੁਦਰਤ। ਯਾਨੀ ਕਿ ਪੰਜਵਾਂ ਹਿੱਸਾ ਹੋ ਗਿਆ, ਪੰਜਵਾਂ ਹਿੱਸਾ, ਉਸ ਪੰਜਵੇਂ ਹਿੱਸੇ ਦਾ ਅੱਗੇ ਪੰਜਵਾਂ ਹਿੱਸਾ ਫਿਰ, ਯਾਨੀ ਕਿ 1%। ਤਾਂ 1% ਕੰਮ ਜਿਹੜਾ ਉਹ ਡਾਕਟਰਾਂ ਦਾ, ਬਾਕੀ ਸਾਰਾ ਕੰਮ ਜਿਹੜਾ ਜਾਂ ਤਾਂ ਕੁਦਰਤ ਦੇ ਹੱਥ 'ਚ ਹੈ ਜਾਂ ਉਹ ਸਾਡੇ ਆਪਣੇ ਹੱਥ 'ਚ ਹੈ। ਅਸੀਂ ਫੈਸਲਾ ਕਰਨਾ ਹੈ ਕਿ ਮੈਂ ਕਿੰਨਾ ਤੰਦਰੁਸਤ ਰਹਿਣਾ। ਤਾਂ ਇਹ ਢਾਂਚੇ ਬਾਰੇ ਵੀ ਬਿਲਕੁਲ ਉੱਦਾਂ ਹੀ ਗੱਲ ਟਰੂ ਹੈ ਕਿ ਇਸ ਢਾਂਚੇ ਨੂੰ, ਕੁਦਰਤੀ ਢਾਂਚੇ ਨੂੰ ਕਾਇਮ ਰੱਖਣ ਵਾਸਤੇ, ਉਹਦੇ ਕਾਇਮ ਰੱਖਣ ਲਈ ਕੀ ਜ਼ਰੂਰੀ ਆ? ਹੱਡੀਆਂ ਦੇ ਅੰਦਰ ਮਜ਼ਬੂਤੀ ਜ਼ਰੂਰੀ ਆ, ਕਿ ਹੱਡੀਆਂ ਸਾਡੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ। ਇਹ ਨਹੀਂ ਵੀ ਮਾੜਾ ਜਿਹਾ ਕੋਈ ਸੱਟ ਲੱਗੇ ਅਤੇ ਟੁੱਟ ਜੇ ਨਾਲ ਦੀ ਨਾਲ ਹੀ ਹੱਡੀ। ਬਹੁਤ ਜ਼ਿਆਦਾ ਸ਼ਿਕਾਇਤ ਆ ਰਹੀ ਹੈ ਅੱਜ ਕੱਲ੍ਹ। ਹਰ ਦੂਜਾ ਚੌਥਾ ਬੰਦਾ ਜਿਹੜਾ ਕਹਿ ਰਿਹਾ ਮੇਰਾ ਚੂਲਾ ਟੁੱਟ ਗਿਆ, ਮੇਰੀ ਹੱਡੀ ਟੁੱਟ ਗਈ। ਜਿਹੜਾ ਡਿੱਗਦਾ ਹੈ ਉਹ ਨਾਲ ਦੀਆਂ ਟੁੱਟ ਜਾਂਦੀ ਹੱਡੀ। ਬਹੁਤ ਜ਼ਿਆਦਾ ਪ੍ਰੋਬਲਮ ਆ। ਬਿਲਕੁਲ, ਡਿੱਗਣ ਦੀ ਵੀ ਲੋੜ ਨਹੀਂ, ਡਿੱਗਣ ਤੋਂ ਬੜੇ ਟੁੱਟ ਜਾਂਦੀ ਹੈ। ਮਾੜਾ ਜਿਹਾ ਟਵਿਸਟ ਹੋਇਆ, ਮਾੜਾ ਜਿਹਾ ਟਵਿਸਟ ਖਾ ਗਿਆ, ਉਹਦੇ 'ਚ ਹੱਡੀ ਟੁੱਟ ਗਈ। ਹਾਂ, ਤਾਂ ਇਸ ਕਰਕੇ ਅਸੀਂ ਹੱਡੀਆਂ ਦਾ ਬਹੁਤ ਜ਼ਿਆਦਾ ਜਿਹੜਾ ਉਹ ਕੰਮ ਖਰਾਬ ਕਰ ਲਿਆ, ਕਮਜ਼ੋਰ ਕਰ ਲਈਆਂ ਹੱਡੀਆਂ ਦੀ ਕਮਜ਼ੋਰੀ। ਕਿ ਹੱਡੀਆਂ ਅਗਰ ਸਾਡੀਆਂ ਤਕੜੀਆਂ ਨੇ, ਮਜ਼ਬੂਤ ਨੇ, ਤਾਂ ਉਹ ਜਲਦੀ ਟੁੱਟਦੀਆਂ ਨਹੀਂ ਹੈ। ਪੁਰਾਣੇ ਜਿਹੜੇ ਬੰਦੇ ਡੁੱਗਦੇ ਹੁੰਦੇ ਸੀਗੇ, ਸਿਰ 'ਚ ਡਾਂਗਾਂ ਵੀ ਪੈ ਜਾਂਦੀਆਂ ਸੀਗੀਆਂ, ਟੁੱਟਦੀ ਨਹੀਂ ਸੀ ਹੱਡੀਆਂ ਨਹੀਂ ਸੀ ਟੁੱਟਦੀਆਂ ਹੁੰਦੀਆਂ। ਅਤੇ ਅੱਜ ਕੱਲ੍ਹ ਕੀ, ਅੱਜ ਕੱਲ੍ਹ ਤਾਂ ਮਾੜਾ ਜਿਹਾ ਕਿਤੇ ਪੈਰ ਫਿਸਲਿਆ ਨਹੀਂ ਅਤੇ ਹੱਡੀ ਟੁੱਟੀ ਨਹੀਂ ਨਾਲ ਦੀ ਨਾਲ ਕਿਤੇ ਨਾ ਕਿਤੋਂ। ਤਾਂ ਇਹ ਜਿਹੜਾ ਹੱਡੀਆਂ ਦਾ ਸਾਡਾ ਕੱਚਾਪਣ ਹੈ, ਕਚਾ ਗਈਆਂ ਹੱਡੀਆਂ, ਇਹ ਇੱਕ ਬਹੁਤ ਵੱਡਾ ਸਮੱਸਿਆ ਬਣ ਗਈ। ਉਸ ਤੋਂ ਬਾਅਦ ਆ ਗਏ ਤੁਹਾਡੇ ਜੋੜ। ਹੁਣ ਜੋੜ ਜਿਹੜੇ ਹੁੰਦੇ ਦੋ ਹੱਡੀਆਂ ਦੇ ਵਿਚਾਲੇ, ਜਿਹੜਾ ਦੋ ਹੱਡੀਆਂ ਨੂੰ ਜੋੜਦਾ ਹੈ, ਉਹ ਜੋੜ ਹੈ। ਉਸ ਜੋੜ ਦੇ ਵਿਚਾਲੇ ਕਈ ਕੁਛ ਹੈ। ਉਹਨੂੰ ਇੱਕ ਤਾਂ ਉੱਪਰੋਂ ਰੱਸੀ ਵਾਂਗੂ ਬੰਨ੍ਹਿਆ ਹੋਇਆ ਕੁਦਰਤ ਨੇ, ਉਹਨੂੰ ਹਿਲਾਉਣ ਵਾਸਤੇ ਕਿ ਮੂਵਮੈਂਟ ਵੀ ਰਹੇ, ਪਰ ਲੋੜ ਤੋਂ ਜ਼ਿਆਦਾ ਵੀ ਮੂਵਮੈਂਟ ਨਾ ਹੋ ਜਾਏ। ਲਿਗਾਮੈਂਟਸ ਨੇ, ਇਹਨੂੰ ਆਪਾਂ ਲਿਗਾਮੈਂਟਸ ਕਹਿ ਦਿੰਦੇ ਹਾਂ, ਉਹ ਹੈ। ਫਿਰ ਉਹਦੇ ਅੰਦਰ ਇੱਕ ਕੁਦਰਤ ਨੇ ਕੁਦਰਤੀ ਫਲੂਇਡ ਪਾਇਆ ਹੋਇਆ ਤਾਂ ਕਿ ਉਹ ਸਮੂਥ ਰਹੇ, ਕਿਉਂਕਿ ਜਦੋਂ ਰਫ ਹੋ ਜਾਏਗਾ ਤਾਂ ਪੇਨਫੁਲ ਹੋ ਜਾਏਗਾ ਅਤੇ ਮੂਵ ਵੀ ਠੀਕ ਨਹੀਂ ਕਰੇਗਾ। ਜਿਹਨੂੰ ਆਮ ਭਾਸ਼ਾ 'ਚ ਕਹਿੰਦੇ ਗਰੀਸ ਮੁੱਗੀ ਜੀ, ਗਰੀਸ ਮੁੱਗੀ।
ਹੈ ਤਾਂ ਬੜੀ ਭੱਦੀ ਸ਼ਬਦਾਵਲੀ ਹੈ, ਕਿਉਂਕਿ ਗਰੀਸ ਜਿਹੜੀ ਹੈ ਮੋਟਰ ਦੀ ਹੁੰਦੀ ਹੈ, ਮਨੁੱਖ ਦੀ ਨਹੀਂ ਹੁੰਦੀ। ਤਾਂ ਲੇਕਿਨ ਵਰਤੀ ਜਾਂਦੇ ਲੋਕ ਗਰੀਸ ਮੁੱਗੀ ਜੀ। ਉਹ ਕੀ ਹੁੰਦਾ, ਉਹ ਸਾਡੇ ਉਹ ਲਿਕੁਇਡ ਹੁੰਦਾ ਲੁਬਰੀਕੇਸ਼ਨ, ਯਾਨੀ ਕਿ ਉਹਦੇ ਅੰਦਰ ਉਹ ਤੇਲ ਕਿਸਮ ਦੀ ਚੀਜ਼ ਹੈ ਜਿਹੜੀ ਨੂੰ ਸਮੂਥ ਰੱਖਦੀ ਹੈ, ਜਿਹੜੀ ਉਹਨੂੰ ਸਾਡੇ ਬਿਨਾਂ ਸਾਨੂੰ ਕੋਈ ਦਿੱਕਤ ਦਿੱਤੇ ਉਹ ਮੂਵ ਕਰਨ ਦਿੰਦੀ ਜੁਆਇੰਟ ਨੂੰ। ਤਾਂ ਉਹ ਜਿਹੜੀ ਚੀਜ਼ ਲਿਕੁਇਡ ਹੁੰਦੀ ਆ ਉਹ ਬਣਦੀ ਰਹਿੰਦੀ ਹੈ ਅਤੇ ਮੁੱਕਦੀ ਰਹਿੰਦੀ ਹੈ। ਕੋਈ ਇਹ ਨਹੀਂ ਵੀ ਇੱਕ ਵਾਰੀ ਬਣ ਗਈ ਤਾਂ ਮੁੜ ਕੇ ਬਣਨੀ ਨਹੀਂ ਹੈ। ਜਿਹੜੀ ਉਹ ਭਾਸ਼ਾ ਨਾ ਵੀ ਮੇਰੀ ਹੱਡੀਆਂ ਦੀ ਗਰੀਸ ਮੁੱਕ ਗਈ, ਉਹ ਬੜੀ ਗੰਦੀ ਭਾਸ਼ਾ, ਕਿਉਂਕਿ ਲੋਹੇ ਦੀ ਮਸ਼ੀਨ ਵਾਸਤੇ ਉਹ ਲੋਹੇ ਦੀ ਮਸ਼ੀਨ ਦੁਬਾਰਾ ਗਰੀਸ ਨਹੀਂ ਬਣਾ ਸਕਦੀ। ਉਹਦੇ ਅੰਦਰ ਜਿੰਨੀ ਗਰੀਸ ਪਾਈ ਹੋਈ ਹੈ, ਜੇ ਉਹ ਮੁੱਕ ਗਈ ਤਾਂ ਫਿਰ ਮੁੜ ਕੇ ਹੋਰ ਪਾਉਣੀ ਪਏਗੀ। ਲੇਕਿਨ ਇਹਦੇ 'ਚ ਕੁਦਰਤ ਇੱਦਾਂ ਨਹੀਂ ਹੁੰਦਾ। ਕੁਦਰਤ ਦੇ ਵਿੱਚ ਜਿਹੜੇ ਅੱਗੇ ਜਿਸ ਨੂੰ ਆਪਾਂ ਗਰੀਸ ਕਹਿੰਦੇ ਹਾਂ, ਜਿਹਨੂੰ ਪਾਣੀ ਕਹਿੰਦੇ ਹਾਂ, ਜਾਂ ਜੋ ਮਰਜ਼ੀ ਕਹਿ ਲਓ, ਉਹਨੂੰ ਲੁਬਰੀਕੇਸ਼ਨ ਹੈ। ਤਾਂ ਉਹ ਜਿਹੜੀ ਆ ਉਹ ਬਣਦੀ ਰਹਿੰਦੀ ਹੈ ਅਤੇ ਹੋਰ ਪੁਰਾਣੀ ਮੁੱਕਦੀ ਰਹਿੰਦੀ ਹੈ, ਨਵੀਂ ਬਣਦੀ ਰਹਿੰਦੀ ਹੈ। ਤਾਂ ਉਹ ਜਿਹੜੀ ਉਹਦੇ ਅੰਦਰ ਜਿਹੜੀ ਜੋੜਾਂ ਦੀ ਸਮੱਸਿਆ ਦੂਸਰੀ। ਤੀਜੇ ਆ ਗਏ ਤੁਹਾਡੇ ਜੋੜਾਂ 'ਚ ਕੀ ਗੁਣ ਚਾਹੀਦਾ? ਜੋੜਾਂ 'ਚ ਲਚਕ ਚਾਹੀਦੀ ਹੈ ਕਿ ਜੋੜ ਜਿੰਨੇ ਕੁਦਰਤ ਨੇ ਮੁੜਨ ਵਾਸਤੇ ਬਣਾਏ ਆ ਉਹਨੇ ਮੁੜਦੇ ਹੋਣ। ਮੋਢਾ ਸਾਡਾ ਬਹੁਤ ਜ਼ਿਆਦਾ ਮੂਵਮੈਂਟ ਲਈ ਬਣਾਇਆ, ਗੋਡਾ ਘੱਟ ਮੂਵਮੈਂਟ ਲਈ ਬਣਾਇਆ, ਗਿੱਟਾ ਘੱਟ ਮੂਵਮੈਂਟ ਲਈ ਬਣਾਇਆ। ਕੁਛ ਜੋੜ ਨੇ ਜਿਹੜੇ ਬਹੁਤ ਜ਼ਿਆਦਾ ਮੂਵਮੈਂਟ ਲਈ ਬਣਾਏ ਆ, ਕੁਛ ਘੱਟ ਮੂਵਮੈਂਟ ਲਈ ਬਣਾਏ ਆ। ਲੇਕਿਨ ਉਸ ਮੂਵਮੈਂਟ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਆਹ ਜੋੜ ਇੰਨਾ ਕੁਦਰਤ ਦੀ ਬਣਤਰ ਦੇ ਸਾਹਮਣੇ ਇੰਨਾ ਮੁੜਨਾ ਹੈ। ਜੇ ਉਹ ਘੱਟ ਮੁੜ ਰਿਹਾ ਤਾਂ ਇਹਦਾ ਮਤਲਬ ਤੁਸੀਂ ਆਪਣੀ ਲਚਕ ਗਵਾ ਲਈ। ਸੋ ਜੋੜ ਦੀ ਦੂਜਾ ਗੁਣ ਹੈ ਲਚਕ। ਸੋ ਹੱਡੀਆਂ ਦੀ ਤਾਕਤ, ਜੋੜਾਂ 'ਚ ਲਚਕ, ਇਹ ਸਾਡੇ ਗੁਣ ਨੇ ਜਿਹੜੇ ਸਾਡੇ ਕਾਇਮ ਰਹਿਣੇ ਚਾਹੀਦੇ। ਜੇ ਲਚਕ ਘਟੇਗੀ ਤਾਂ ਤੁਹਾਡੇ ਜੋੜ ਸਟਿਫ ਹੋਣੇ ਸ਼ੁਰੂ ਹੋ ਜਾਣਗੇ, ਔਰ ਸਟਿਫ ਹੋ ਜਾਣਗੇ ਤਾਂ ਫਿਰ ਉਹ ਹੌਲੀ ਹੌਲੀ ਪੇਨਫੁਲ ਵੀ ਹੋ ਜਾਣਗੇ, ਜਾਂ ਤੁਸੀਂ ਠੀਕ ਢੰਗ ਨਾਲ ਮੂਵ ਨਹੀਂ ਕਰ ਸਕੋਗੇ। ਤੀਜੇ ਉਹਦੇ ਉੱਪਰ ਆ ਗਏ ਪੱਠੇ, ਜਿਨ੍ਹਾਂ ਨੇ ਉਹ ਜੋੜਾਂ ਨੂੰ ਮੂਵ ਕਰਨਾ। ਜੋੜਾਂ ਦੇ ਸਿਰ 'ਤੇ ਫਿਰ ਬਾਕੀ ਸਰੀਰ ਦੇ ਹਿੱਸਿਆਂ ਨੇ ਜਿਹੜਾ ਹਿੱਲਣਾ ਜੁਲਣਾ, ਚਾਹੇ ਉਹ ਸਾਡੀ ਉਂਗਲਾਂ ਦੇ ਛੋਟੇ ਜੋੜ ਨੇ, ਚਾਹੇ ਉਹ ਜਿਹੜੇ ਪੁੜੇ ਵਰਗੇ ਵੱਡੇ ਜੋੜ ਨੇ। ਤਾਂ ਉੱਥੋਂ ਲੈ ਕੇ ਸਾਰੇ ਜੋੜ ਜਿਹੜੇ ਨੇ ਉਹਨੇ ਆਪਣੀ ਮੂਵਮੈਂਟ ਕਰਨੀ ਹੁੰਦੀ। ਕਿਹਦੇ ਸਿਰ 'ਤੇ? ਪੱਠਿਆਂ ਦੇ ਸਿਰ 'ਤੇ। ਪੱਠੇ ਉਹ ਸਰੀਰ ਦਾ ਉਹ ਅੰਗ ਨੇ ਜਿਨ੍ਹਾਂ ਦੇ ਅੰਦਰ ਜ਼ਰੂਰਤ ਹੈ ਕਿ ਉਹ ਲੋੜ ਦੇ ਹਿਸਾਬ ਨਾਲ ਛੋਟੇ ਹੋ ਜਾਂਦੇ ਆ, ਫਿਰ ਲੰਬੇ ਹੋ ਜਾਂਦੇ ਆ, ਫਿਰ ਛੋਟੇ ਹੋ ਜਾਂਦੇ ਆ, ਫਿਰ ਲੰਬੇ ਹੋ ਜਾਂਦੇ ਆ। ਉਹਦੇ ਸਿਰ 'ਤੇ ਫਿਰ ਜੋੜ ਮੂਵ ਕਰਦੇ ਆ। ਤਾਂ ਉਹ ਜਿਹੜੀ ਪੱਠਿਆਂ ਦੀ ਮੂਵ ਕਰਨ ਦੀ ਸਮਰੱਥਾ ਹੈ, ਉਹ ਕੁਦਰਤ ਨੇ ਪੱਠੇ ਕਿਹੋ ਜਿਹੇ ਅੰਗ ਬਣਾਏ ਆ ਜਿਹੜੇ ਕਿ ਛੋਟੇ ਵੱਡੇ ਹੋ ਸਕਦੇ ਆ। ਉਹ ਲੋੜ, ਹਾਂ ਬਿਲਕੁਲ, ਉਹ ਵੱਡੇ ਵੀ ਹੋ ਜਾਂਦੇ, ਛੋਟੇ ਵੀ ਹੋ ਜਾਂਦੇ। ਉਹ ਸਾਡੇ ਵਿਸ਼ 'ਤੇ ਵੀ ਕੁਝ ਪੱਠੇ ਸਾਡੇ ਇੱਥੋਂ ਆਰਡਰ ਲੈ ਕੇ ਹੁੰਦੇ ਆ ਸਾਡੀ ਮਰਜ਼ੀ ਨਾਲ, ਕੁਝ ਪੱਠੇ ਹੁੰਦੇ ਆ ਉਹ ਆਪਣੀ ਮਰਜ਼ੀ ਨਾਲ ਚੱਲਦੇ ਰਹਿੰਦੇ ਆ। ਜਿਵੇਂ ਹਾਰਟ ਦੇ ਪੱਠੇ ਨੇ, ਹਾਰਟ ਦੇ ਪੱਠੇ ਜੇ ਸਾਨੂੰ ਪੁੱਛ ਕੇ ਚੱਲਣ ਲੱਗਣ ਫਿਰ ਤਾਂ ਹਾਰਟ ਕੱਢ ਜੇ। ਇਸੇ ਤਰ੍ਹਾਂ ਸਾਡੇ ਸਾਹ ਦੇ ਪੱਠੇ ਨੇ, ਉਹ ਜਿੰਨਾ ਮਰਜ਼ੀ ਅਸੀਂ ਰੋਕਣ ਦੀ ਕੋਸ਼ਿਸ਼ ਕਰੀਏ ਥੋੜ੍ਹਾ ਜਿਹਾ ਰੋਕ ਲਾਂਗੇ। ਦਿਲ ਦੇ ਪੱਠੇ ਬਿਲਕੁਲ ਹੀ ਸਾਡੇ ਕੰਟਰੋਲ 'ਚ ਨਹੀਂ ਹੈਗੇ, ਉਹ ਕੁਦਰਤ ਨੇ ਆਪਣੇ ਕੰਟਰੋਲ 'ਚ ਰੱਖੇ ਹੋਏ ਆ। ਕਿਉਂਕਿ ਇਸ ਦਾ ਸੌਣਾ ਵੀ ਹੈ, ਬੇਹੋਸ਼ ਵੀ ਹੋਣਾ, ਜੇ ਉਹ ਬੜਾ ਕੁਝ ਹੋ ਸਕਦਾ, ਲੇਕਿਨ ਉਹਨੂੰ ਬੰਦ ਨਹੀਂ ਹੋਣ ਦਿੰਦੀ ਕੁਦਰਤ। ਸੋ ਦਿਲ ਦੇ ਜਿਹੜੇ ਪੱਠੇ ਨੇ ਉਹ ਬਿਲਕੁਲ ਸਾਡੇ ਆਊਟ ਕੰਟਰੋਲ ਨੇ, ਆਊਟ ਆਫ ਕੰਟਰੋਲ ਨੇ। ਉਹ ਥੋੜ੍ਹੇ ਬਹੁਤੇ ਉਹਦਾ ਹਾਰਟ ਰੇਟ ਵੱਧ ਜਾਂਦਾ ਜਦੋਂ ਅਸੀਂ ਇਮੋਸ਼ਨਲੀ ਡਿਸਟਰਬ ਹੁੰਦੇ ਆ ਜਾਂ ਕੂਲ ਹੁੰਦੇ ਆ। ਇਮੋਸ਼ਨਲੀ ਕੂਲ ਆ ਤਾਂ ਹਾਰਟ ਰੇਟ ਸਲੋ ਹੋ ਜਾਏਗਾ, ਜੇ ਇਮੋਸ਼ਨਲੀ ਗੁੱਸੇ 'ਚ ਤਾਂ ਹਾਰਟ ਰੇਟ ਤੇਜ਼ ਹੋ ਜਾਏਗਾ। ਇੰਨਾ ਕੀ ਬਸ ਸਾਡੇ ਵਾਸਤੇ ਹੈ। ਅੱਗੇ ਸਾਹ ਦੇ ਜਿਹੜੇ ਪੱਠੇ ਨੇ ਉਹ ਸੈਮੀ ਨੇ, ਉਹ ਵਿੱਚ ਵਿਚਾਲੇ ਨੇ, ਉਹਦੇ ਸਾਡੇ ਕੰਟਰੋਲ 'ਚ, ਇਹਦੇ ਕਿ ਨਹੀਂ। ਮਤਲਬ ਅਸੀਂ ਸਾਹ ਰੋਕਣਾ ਚਾਹੀਏ ਤਾਂ ਅੱਧਾ ਮਿੰਟ, 1 ਮਿੰਟ, 1.5 ਮਿੰਟ ਤੱਕ ਰੋਕ ਸਕਦੇ ਹਾਂ। ਜਿਹੜਾ ਬਹੁਤ ਵੱਡਾ ਪੱਟੇਗਾ ਹੋਊਗਾ ਉਹ 1.5 ਮਿੰਟ ਰੋਕ ਲਏਗਾ, 2 ਮਿੰਟ ਰੋਕ ਲਏਗਾ, ਬਸ। ਇਹ ਤੋਂ ਬਾਅਦ ਸਾਹ ਨਹੀਂ ਰੋਕ ਸਕਦਾ ਕੋਈ ਬੰਦਾ। ਉਸ ਤੋਂ ਬਾਅਦ ਕੁਦਰਤ ਨੇ ਆਪਣੇ ਹੱਥ 'ਚ ਰੱਖਿਆ ਵੀ ਇਹ ਬੰਦੇ ਦਾ ਕੀ ਪਤਾ ਇਹਦਾ ਸਾਹ ਲੈਣ ਤੋਂ ਜਵਾਬ ਦੇ ਜੇ, ਤਾਂ ਉਹਨੇ ਕੁਦਰਤ ਨੇ ਆਪਣੇ ਹੱਥ 'ਚ ਰੱਖਿਆ ਵੀ ਉਹਨੂੰ ਇੱਕ ਲਿਮਿਟ ਤੋਂ ਬਿਯੋਂਡ ਨਹੀਂ, ਉਹਨੂੰ ਫਰੀਡਮ ਨਹੀਂ ਦਿੱਤੀ। ਬਾਕੀ ਪੱਠੇ ਤਕਰੀਬਨ ਅੰਤੜੀਆਂ ਦੇ ਪੱਠੇ ਵੀ ਇੱਦਾਂ ਹੀ ਨੇ। ਅੰਤੜੀਆਂ ਦੇ ਪੱਠਿਆਂ 'ਚ ਵੀ ਇੱਦਾਂ ਦੀ ਹੈ ਕਿ ਕੁਦਰਤ ਨੇ ਕੁਛ ਆਪਣੇ ਹੱਥ 'ਚ ਰੱਖੇ ਹੋਏ ਆ, ਕੁਛ ਸਾਡੇ ਹੱਥ 'ਚ ਦਿੱਤੇ ਆ। ਜਿਵੇਂ ਕਦੋਂ ਪਾਰਟੀ ਜਾਣਾ ਤਾਂ ਅਸੀਂ ਡਿਸਾਈਡ ਕਰਨਾ, ਜੇ ਮੈਨੂੰ ਪਾਰਟੀ ਆ ਰਹੀ ਹੈ ਅਤੇ ਮੈਂ ਜੇ ਨਹੀਂ ਜਾਣਾ ਚਾਹੁੰਦਾ ਤਾਂ ਮੇਰੇ 'ਚ ਅੰਦਰ ਥੋੜ੍ਹੀ ਜਿਹੀ ਸਮਰੱਥਾ ਹੈਗੀ, ਮੈਂ ਰੋਕ ਸਕਦਾ ਉਹਨੂੰ, ਲੇਕਿਨ ਅੰਡਰਲੈਸ ਸਮਰੱਥਾ ਨਹੀਂ ਹੈ। ਇੱਕ ਲੈਵਲ 'ਤੇ ਜਾ ਕੇ ਜੇ ਨਹੀਂ ਜਾਓਗੇ ਤਾਂ ਵਿੱਚੇ ਨਿਕਲ ਜਾਏਗੀ। ਸਿਮਿਲਰਲੀ ਪਿਸ਼ਾਬ ਦੀ ਆ, ਪਿਸ਼ਾਬ ਦੇ ਪੱਠਿਆਂ ਦਾ। ਤਾਂ ਇੱਦਾਂ ਕੁਦਰਤ ਦੇ ਜਿਹੜੇ ਪੱਠੇ ਨੇ, ਤਾਂ ਪੱਠਿਆਂ ਦੀ ਕੀ ਆ, ਪੱਠਿਆਂ ਦੇ ਅੰਦਰ ਕੀ ਚਾਹੀਦੀ ਆ? ਤਾਕਤ ਚਾਹੀਦੀ ਹੈ। ਤਾਕਤ ਕਿ ਕਿੰਨੇ ਕੋਈ ਬੰਦਾ ਕਿੰਨਾ ਭਾਰ ਚੱਕ ਸਕਦਾ, ਅਤੇ ਦੂਜੀ ਗੱਲ ਸਟੈਮਿਨਾ ਚਾਹੀਦਾ। ਲਚਕ ਤਾਂ ਜੋੜਾਂ ਦੀ ਹੈ ਨਾ, ਲਚਕ ਜੋੜਾਂ ਦਾ ਗੁਣ ਹੈ। ਪੱਠਿਆਂ ਦੇ 2 ਗੁਣ ਨੇ ਕਿ ਪੱਠੇ ਕਿੰਨਾ ਭਾਰ ਚੱਕ ਸਕਦੇ ਆ। ਮੰਨ ਲਓ ਇੱਕ ਬੰਦਾ ਵੇਟ ਲਿਫਟਿੰਗ ਕਰਦੇ ਨਾ, ਵੀ ਕਿੰਨਾ ਵੇਟ ਲਿਫਟ ਕਰ ਸਕਦੇ ਤੁਸੀਂ, ਤਾਂ ਉਹ ਪੱਠੇ ਦੀ ਤਾਕਤ ਹੈ। ਸਟੈਮਿਨਾ ਚਾਹੀਦਾ ਕਿ ਕਿੰਨਾ ਲੰਬਾ ਸਮਾਂ ਤੁਸੀਂ ਕੰਮ ਕਰ ਸਕਦੇ ਹੋ। ਇੱਕ ਬੰਦਾ ਉਹ 2 ਕਿਲੋਮੀਟਰ ਤੁਰ ਕੇ ਥੱਕ ਜਾਂਦਾ, ਇੱਕ ਬੰਦਾ 10 ਕਿਲੋਮੀਟਰ ਤੁਰ ਕੇ ਵੀ ਨਹੀਂ ਥੱਕਦਾ, ਉਹਦਾ ਸਟੈਮਿਨਾ ਉਹ ਇੱਕ ਤਾਂ ਤੁਰਨਾ ਹੋ ਗਿਆ ਨਾ ਕਿ ਤੁਸੀਂ ਆਪਣੇ ਤੁਰ ਰਹੇ ਹੋ ਆਰਾਮ ਨਾਲ। ਇੱਕ ਬੰਦਾ ਇਹੋ ਜਿਹੀ ਸਟੇਜ 'ਤੇ ਵੀ ਜਾਂਦਾ ਤੁਰ ਵੀ ਨਹੀਂ ਸਕਦਾ। ਹਾਂ, ਸੋ ਇਸ ਕਰਕੇ ਉਹ ਇਹ ਅਲੱਗ-ਅਲੱਗ ਗੁਣ ਨੇ। ਹੱਡੀਆਂ ਦੀ ਮਜ਼ਬੂਤੀ, ਜੋੜਾਂ ਦੀ ਲਚਕ, ਪੱਠਿਆਂ ਦੇ ਅੰਦਰ ਤਾਕਤ ਅਤੇ ਸਟੈਮਿਨਾ। ਤਾਂ ਇਹ ਸਾਰੇ ਕਿਤੇ ਨਾ ਕਿਤੇ ਸਾਨੂੰ ਪਤਾ ਹੋਣੇ ਚਾਹੀਦੇ ਨੇ ਕਿ ਸਾਡਾ ਨਾਰਮਲ ਸਟੈਮਿਨਾ ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ, ਨਾਰਮਲ ਲਚਕ ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ, ਹੱਡੀਆਂ ਦੀ ਨਾਰਮਲ
तो ये सारे ਆਪਾਂ ਨੂੰ ਆਈਡੀਆ ਹੋਣਾ ਚਾਹੀਦਾ। ਹੁਣ ਮੈਡੀਕਲ ਸਾਇੰਸ ਦੇ ਅੰਦਰ ਇਹਨੂੰ ਮੇਜਰ ਕਰਨ ਦੇ ਮਸ਼ੀਨਾਂ ਵੀ ਬਣ ਗਈਆਂ ਨੇ, ਮਸ਼ੀਨਾਂ ਵੀ ਦੱਸ ਦਿੰਦੀਆਂ ਨੇ ਕਿ ਕਿਵੇਂ ਮਿਲਣਾ ਸੀ। ਤਾਂ ਉਸ ਉਹਦੀ ਲੋੜ ਵੈਸੇ ਬਹੁਤੀ ਪੈਂਦੀ ਨਹੀਂ ਹੈ, ਕਿਉਂਕਿ ਬੰਦਾ ਖੁਦ ਹੀ ਜੱਜ ਕਰ ਸਕਦਾ। ਹੁਣ ਅੱਜ ਦੇ ਮਨੁੱਖ ਨੇ, ਸਾਡਾ ਜਿਹੜਾ ਮਨੁੱਖ ਬਣਿਆ, ਜਿਹੜਾ ਸਰੀਰ ਬਣਿਆ ਹੋਇਆ, ਉਹ ਬਣਿਆ ਹੋਇਆ ਬਹੁਤ ਹੀ ਐਕਟੀਵਿਟੀ ਦੇ ਹਿਸਾਬ ਨਾਲ। ਅਸੀਂ ਸਾਰਾ ਦਿਨ ਐਕਟਿਵ ਰਹਿੰਦੇ ਸੀਗੇ। ਅੱਜ ਤੋਂ 60 ਸਾਲ ਪਹਿਲਾਂ ਦਾ ਮਨੁੱਖ ਜਿਹੜਾ ਸੀਗਾ, ਜਦੋਂ ਮੈਂ ਬੱਚਾ ਸੀਗਾ, ਤਾਂ ਉਸ ਵੇਲੇ ਦਾ ਮਨੁੱਖ ਜਿਹੜਾ ਸੀ ਬਹੁਤ ਹੀ ਹਾਰਡ ਵਰਕਿੰਗ ਸੀਗਾ। ਸਾਰਾ ਦਿਨ ਉਹਨੇ ਕੁਛ ਨਾ ਕੁਛ ਸਖਤ ਕੰਮ ਕਰਦੇ ਰਹਿਣਾ, ਪੁੱਠਾ ਸਿੱਧਾ, ਦਰਖਤਾਂ ਦੇ ਚੜ੍ਹ। ਮੈਨੂੰ ਅੱਜ ਵੀ ਯਾਦ, ਅਸੀਂ ਦਰਖਤਾਂ 'ਤੇ ਚੜ੍ਹਨਾ ਤਾਂ ਐਂ ਸਮਝਦੇ ਸੀ ਭੱਜ ਕੇ ਚੜ੍ਹ ਜਾਂਦੇ ਸੀ। ਸਾਡਾ ਖੇਡਾਂ ਹੀ ਇਹਦੇ ਨਾਲ ਜੁੜੀਆਂ ਹੁੰਦੀਆਂ ਸੀ ਕਿ ਵੀ ਦਰਖਤ 'ਤੇ ਚੜ੍ਹ ਗਿਆ ਬੰਦਾ। ਲੁਕਣ ਮੀਟੀ ਵੀ ਖੇਡਣੀ ਹੈ, ਜੇ ਫੜਾਈ ਵੀ ਖੇਡਣੀ ਤਾਂ ਦਰਖਤਾਂ ਦੇ ਨਾਲ ਜੁੜੀ ਹੋਈ ਸੀ। ਵੀ ਬੰਦਾ ਇੱਕ ਪਾਸੇ ਦਰਖਤ 'ਤੇ ਚੜ੍ਹ ਰਿਹਾ, ਦੂਜਾ ਬੰਦਾ ਪਿੱਛੇ ਫੜਨ ਆ ਰਿਹਾ, ਅਸੀਂ ਦੂਜੇ ਪਾਸੇ ਲਟਕ ਕੇ ਉਤਰ ਜਾਣਾ। ਤਾਂ ਉਹਦਾ ਵੀ ਪਾਰਟ ਸੀ। ਅਤੇ ਅੱਜ ਹੁਣ ਬੱਚੇ ਨੂੰ ਕਹੋ ਦਰਖਤ 'ਤੇ ਚੜ੍ਹ ਕੇ ਦਿਖਾ, ਠੀਕ ਹੈ ਨਾ। ਉਸ ਕਰਕੇ ਜਿਹੜਾ ਲਾਈਫ ਸਟਾਈਲ ਚੇਂਜਸ ਹੋਈਆਂ ਸਾਰੀਆਂ, ਉਹਨਾਂ ਨੇ ਸਾਡਾ ਜਿਹੜਾ ਇਹ ਢਾਂਚਾ ਬਹੁਤ ਖਰਾਬ ਕੀਤਾ। ਉਹਦੇ ਸਾਰੇ ਕੁਝ ਖਰਾਬ ਹੋਇਆ ਸਾਡਾ। ਹੱਡੀਆਂ ਦੀ ਤਾਕਤ ਘਟੀ, ਜੋੜਾਂ ਦੀ ਲਚਕ ਘਟੀ, ਪੱਠਿਆਂ ਦੀ ਤਾਕਤ ਘਟੀ, ਅਤੇ ਸਟੈਮਿਨਾ ਘਟਿਆ। ਸੋ ਇਹ ਸਾਰਾ ਕੁਝ ਜਿਹੜਾ ਸੀ ਗਵਾ ਲਿਆ, ਅਤੇ ਉਹਦੇ ਗਵਾਉਣ ਨਾਲ ਬੜੀਆਂ ਸਮੱਸਿਆਵਾਂ ਖੜੀਆਂ ਹੋਈਆਂ। ਕਿਉਂਕਿ ਜਿਹੜਾ ਸਰੀਰ ਦੇ ਅੰਦਰ ਕੁਦਰਤ ਦੇ ਨੇ ਜਿਹੜਾ ਜਿਸ ਹਿਸਾਬ ਨਾਲ ਢਾਂਚਾ ਬਣਾਇਆ ਹੋਇਆ ਸੀਗਾ, ਉਹ ਤੋਂ ਕੱਦਾ ਬਣਾਇਆ ਸਾਡੇ ਪੁਰਖੇ ਕਰਦੇ, ਉਸ ਤੋਂ ਵੀ ਜ਼ਿਆਦਾ ਸਖਤ ਮਿਹਨਤ ਕਰਦੇ ਸੀ। ਤਾਂ ਉਹ ਕਰਦੇ ਜਦੋਂ ਅਸੀਂ ਇਸ ਲੈਵਲ 'ਤੇ ਆ ਗਏ, ਤਾਂ ਸਾਡੀਆਂ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਗਈਆਂ, ਜੋੜਾਂ ਦੀ ਲਚਕ ਘਟਣੀ ਸ਼ੁਰੂ ਹੋ ਗਈ, ਪੱਠਿਆਂ ਦੀ ਤਾਕਤ ਘਟਣੀ ਸ਼ੁਰੂ ਹੋ ਗਈ, ਸਾਡਾ ਸਟੈਮਿਨਾ ਘਟਣਾ ਸ਼ੁਰੂ ਹੋ ਗਿਆ। ਉਹਦੇ ਨਾਲ ਫਿਰ ਬਹੁਤ ਸਾਰੀਆਂ ਦਿੱਕਤਾਂ ਆਉਣ ਲੱਗ ਗਈਆਂ ਹੁਣ, ਜਿਹੜੀਆਂ ਅਸੀਂ ਆਮ ਜ਼ਿੰਦਗੀ 'ਚ ਫੇਸ ਕਰ ਰਹੇ ਹਾਂ। ਜਿੱਦਾਂ ਤੁਸੀਂ ਕਹਿ ਰਹੇ ਸੀ ਫ੍ਰੈਕਚਰ ਹੋ ਜਾਂਦਾ ਤੁਰੇ ਫਿਰਦੇ, ਜੋੜ ਜਿਹੜੇ ਨੇ ਉਹਨਾਂ ਦੀ ਜੋੜਾਂ ਦੀ ਸਮੱਸਿਆਵਾਂ ਬਹੁਤ ਆਉਣ ਲੱਗ ਗਈਆਂ ਨੇ। ਜਿਹੜੇ ਜੋੜਾਂ ਦੇ, ਕਿਸੇ ਨੂੰ ਆਰਥਰਾਈਟਿਸ ਹੋ ਰਹੀ ਹੈ, ਕਿਸੇ ਨੂੰ ਗਠੀਆ ਹੋ ਰਿਹਾ, ਕਿਸੇ ਦਾ ਯੂਰਿਕ ਐਸਿਡ ਵੱਧ ਰਿਹਾ, ਕਿਸੇ ਦਾ ਹੱਡੀਆਂ ਕਮਜ਼ੋਰ ਨੇ, ਉਹ ਫ੍ਰੈਕਚਰ ਹੋ ਰਿਹਾ। ਕੋਈ ਜਿਹੜਾ ਬੰਦਾ ਉਹ ਸੈਰ ਨਹੀਂ ਕਰ ਪਾ ਰਿਹਾ, ਤੁਰ ਨਹੀਂ ਕਰ ਪਾ ਰਿਹਾ, ਸਾਹ ਚੜ੍ਹ ਜਾਂਦਾ ਉਹਨੂੰ, ਅਤੇ ਹੱਡ ਪੈਰ ਟੁੱਟਦੇ ਰਹਿੰਦੇ ਆ, ਜੋੜ ਦੁਖਦੇ ਰਹਿੰਦੇ ਆ। ਸੋ ਅਨੇਕਾਂ ਕਿਸਮ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਇਹ ਸਾਡੀ ਲਾਈਫ ਸਟਾਈਲ ਦੇ ਨਾਲ ਜੁੜੀਆਂ ਹੋਈਆਂ ਨੇ। ਡਾਕਟਰ ਸਾਹਿਬ, ਇੱਕ ਤੁਸੀਂ ਗੱਲ ਕੀਤੀ ਹੱਡੀਆਂ ਦੀ, ਜੋੜਾਂ ਦੀ, ਪੱਠਿਆਂ ਦੀ, ਇਹ ਸਾਰੀਆਂ ਗੱਲਾਂ ਕੀਤੀਆਂ। ਇਹ ਕੀ ਇਹਦਾ ਬੋਨ ਮੈਰੋ ਦਾ ਵਿੱਚ, ਜਿਹੜਾ ਹੱਡੀਆਂ ਦੇ ਵਿੱਚ ਬੋਨ ਮੈਰੋ ਹੁੰਦਾ, ਉਹਦਾ ਵੀ ਕੋਈ ਰੋਲ ਰਹਿੰਦਾ ਇਹਦੇ ਵਿੱਚ ਇਹਨਾਂ ਚੀਜ਼ਾਂ ਦੇ ਨਾਲ? ਨਹੀਂ, ਬੋਨ ਮੈਰੋ ਤਾਂ ਉਹ ਕੁਦਰਤ ਨੇ ਅੰਦਰ ਇੱਕ ਇਹੋ ਜਿਹਾ ਸਿਸਟਮ ਪਾਇਆ ਹੋਇਆ ਕਿ ਬੋਨ ਮੈਰੋ ਦੇ ਅੰਦਰ ਉਹ ਸੈੱਲ ਬਣਦੇ ਆ, ਜਿਹੜੇ ਸੈੱਲ ਸਾਨੂੰ ਚਾਹੀਦੇ ਆ। ਬੋਨ ਮੈਰੋ ਦਾ ਸਕੈਲਟਲ ਢਾਂਚੇ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ, ਇੰਡਾਇਰੈਕਟ ਸੰਬੰਧ ਤਾਂ ਹੈਗਾ ਹੀ ਹੈ, ਕਿਉਂਕਿ ਉਹਨੂੰ ਤਾਕਤ ਬਖਸ਼ਦਾ। ਲੇਕਿਨ ਉਹ ਹੱਡੀਆਂ ਦਾ ਉਹਨੇ ਇੱਕ ਕਿਸਮ ਦੀ ਉਸ ਥਾਂ ਨੂੰ ਵਰਤਿਆ ਹੋਇਆ ਕੁਦਰਤ ਨੇ ਹੋਰ ਕੰਮ ਕਰਨ ਲਈ। ਉਹਨੂੰ ਆਪਾਂ ਇਹਦੇ 'ਚ ਸ਼ਾਮਲ ਨਾ ਕਰੀਏ, ਕਿਉਂਕਿ ਉਹਦੇ ਦੇ ਸਿਸਟਮ ਵੱਖਰੇ ਨੇ ਕਿ ਉਹ ਬੋਨ ਮੈਰੋ ਦੇ ਰਾਹੀਂ ਕੁਦਰਤ ਕੀ ਕਰਨਾ ਚਾਹ ਰਹੀ ਹੈ। ਬੋਨ ਮੈਰੋ ਜਿਹੜੀ ਹੈ, ਉਹ ਬੋਨ ਮੈਰੋ ਦੇ ਅੰਦਰ ਜਿਹੜੀ ਲਾਈਨਿੰਗ ਹੁੰਦੀ ਹੈ, ਉਹਨੂੰ ਹੱਡੀਆਂ ਜਿਹੜੀਆਂ ਬਦਲਦੀਆਂ ਰਹਿੰਦੀਆਂ ਨੇ, ਹੱਡੀ ਕੋਈ ਸੇਮ ਨਹੀਂ ਰਹਿੰਦੀ। ਆਪਾਂ ਕਹੀਏ ਵੀ ਜਿਹੜੀ ਹੱਡੀ ਹੈ ਮੇਰੀ ਜਦੋਂ ਜੰਮਿਆ ਸੀ, ਅਤੇ ਉਹ ਹੱਡੀਆਂ ਨੇ, ਉਹ ਹੱਡੀਆਂ ਥੋੜ੍ਹਾ ਨੇ। ਇਹ ਹੱਡੀਆਂ ਵੀ ਜਿਹੜੀਆਂ ਨੇ, ਉਹ 1.5-2 ਸਾਲ ਬਾਅਦ ਹੱਡੀਆਂ ਦਾ ਸਾਰਾ ਢਾਂਚਾ ਬਦਲ ਜਾਂਦਾ, ਹੌਲੀ ਬਦਲਦਾ ਰਹਿੰਦਾ। ਸਰੀਰ ਦਾ ਹਰ ਸੈੱਲ ਬਦਲਦਾ, ਪੁਰਾਣਾ ਮਰਦਾ, ਨਵਾਂ ਆ ਜਾਂਦਾ। ਸਭ ਤੋਂ ਜ਼ਿਆਦਾ ਤੇਜ਼ੀ ਨਾਲ ਮਰਦੇ ਮੂੰਹ ਦੇ ਅੰਦਰਲੇ ਸੈੱਲ, ਮੂੰਹ ਦੇ ਅੰਦਰ ਜਿਹੜੀ ਲਾਈਨਿੰਗ ਹੈ। ਫਿਰ ਤੁਹਾਡੇ ਜਿਹੜੇ ਸਕਿਨ ਹੈ ਜਿਹੜੀ, ਉਹ ਫਿਰ ਤੁਹਾਡੀ ਅੰਤੜੀ ਦੇ ਅੰਦਰ ਲਾਈਨਿੰਗ ਹੈ, ਇਹ ਬਹੁਤ ਤੇਜ਼ੀ ਨਾਲ ਬਦਲਦੀ। ਇੱਦਾਂ ਹੀ ਬੋਨ ਵੀ ਜਿਹੜੀ ਆ ਉਹ ਬਦਲਦੀ ਰਹਿੰਦੀ ਹੈ। ਅਤੇ ਕੁਝ ਸਾਲਾਂ ਦੇ ਵਿੱਚ ਕੋਈ ਬੋਨ ਕਿੱਦਾਂ ਕੋਈ ਬੰਦ ਕਰਦਾ, ਉਹ ਸੈੱਲ, ਪੁਰਾਣੇ ਸੈੱਲ ਮਰ ਜਾਂਦੇ ਆ, ਨਵੇਂ ਸੈੱਲ ਹੁੰਦੇ ਆ। ਸੋ ਤੁਸੀਂ ਨਵੀਨੀਕਰਨ ਹੁੰਦਾ। ਸੋ ਸਰੀਰ ਦਾ ਲਗਭਗ 80% ਹਿੱਸਾ ਤਾਂ 6 ਮਹੀਨੇ ਬਾਅਦ ਬਦਲ ਜਾਂਦਾ, ਬਾਕੀ 20% ਥੋੜ੍ਹਾ ਸਲੋ ਬਦਲਦਾ। ਅਤੇ ਜਿਹੜਾ ਬ੍ਰੇਨ ਦੇ ਅੰਦਰ ਨਰਵਸ ਸਿਸਟਮ ਹੈ, ਉਹ ਬਹੁਤ ਹੀ ਸਲੋ ਬਦਲਦਾ, ਜਾਂ ਨਾ ਬਦਲੇ। ਇਹ ਵੀ ਕਿਹਾ ਜਾਂਦਾ ਕਿ ਨਹੀਂ ਬਦਲਦਾ ਬਹੁਤਾ, ਲੇਕਿਨ ਬਾਕੀ ਤਾਂ ਢਾਂਚਾ ਲਗਭਗ 80% ਬਹੁਤ ਤੇਜ਼ੀ ਨਾਲ ਬਦਲਦਾ। ਅਤੇ ਉਹ ਬਦਲਣ ਦਾ ਸਿਸਟਮ ਜਿਹੜਾ ਉਹ ਬੋਨ ਮੈਰੋ ਨਾਲ ਜੁੜਿਆ ਹੋਇਆ। ਅਤੇ ਉਹ ਬੋਨ ਮੈਰੋ ਜਿਹੜੀ ਹੱਡੀਆਂ ਦੀ ਨੂੰ ਵੀ ਤਾਕਤ ਬਖਸ਼ਦੀ ਹੈ, ਹੱਡੀਆਂ ਦੀ ਨਵੀਨੀਕਰਨ ਵਿੱਚ ਵੀ ਰੋਲ ਪਲੇ ਕਰਦੀ ਹੈ। ਲੇਕਿਨ ਬੋਨ ਮੈਰੋ ਦੇ ਹੋਰ ਬਹੁਤ ਸਾਰੇ ਰੋਲ ਨੇ, ਜਿਹੜੇ ਖੂਨ ਦੇ ਸੈੱਲਸ ਬਣਦੇ ਆ, ਅਤੇ ਬਹੁਤ ਸਾਰੇ ਕੰਮ ਕਰਦਾ ਜਿਹੜਾ ਬੋਨ ਮੈਰੋ ਜਿਹੜਾ। ਡਾਕਟਰ ਸਾਹਿਬ, ਤੁਸੀਂ ਇਹ ਦੱਸਿਆ ਕਿ ਢਾਂਚਾ, ਜੋੜ, ਪੱਠੇ, ਫਿਰ ਕਿੱਥੇ ਖੜੋਤ ਆਉਣੀ ਸ਼ੁਰੂ ਹੁੰਦੀ ਹੈ, ਜਿਹੜੀ ਇਹਨਾਂ ਦੇ ਵਿੱਚ ਖਰਾਬੀ ਆਉਣ ਲੱਗ ਜਾਂਦੀ ਹੈ? ਕੀ ਇਹੋ ਜਿਹਾ ਹੋ ਜਾਂਦਾ ਜਿਹੜਾ ਇਹਨਾਂ ਦੇ ਵਿੱਚ ਖਰਾਬੀ ਆਉਣ ਲੱਗ ਜਾਂਦੀ ਹੈ, ਅਤੇ ਸਾਨੂੰ ਜਿਹੜੇ ਇਸ ਤਰ੍ਹਾਂ ਦੇ ਵੱਖਰੇ ਅਲਾਮਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ? ਬਹੁਤੀਆਂ ਖਰਾਬੀਆਂ ਤਾਂ ਉਹ ਜਿਹੜੇ ਆਪਾਂ ਗੱਲ ਕਰਦੇ ਹਾਂ ਨਾ, 5 ਜਿਹੜੇ ਤਰੀਕੇ ਨੇ, ਉਹ 5 'ਚ ਨੁਕਸ ਹੈ ਕਿਤੇ ਨਾ ਕਿਤੇ। ਬਸ ਉਹ 5 ਨੇ ਸਾਨੂੰ ਖਰਾਬ ਕਰ ਰੱਖਿਆ। 5 'ਚ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਆਹਾਰ ਦੀ। ਆਹਾਰ ਖਰਾਬ ਹੋਣ ਕਰਕੇ ਸਾਡੇ ਹੱਡੀਆਂ, ਪੱਠੇ ਅਤੇ ਜੋੜ ਜਿਹੜੇ ਨੇ, ਉਹ ਸਾਰੇ ਵਿਗੜ ਰਹੇ ਆ। ਆਹਾਰ ਦੇ ਵਿੱਚ ਆਪਾਂ ਪਾਣੀ ਹਵਾ ਦੀ ਗੱਲ ਕਰਦੇ ਹਾਂ, ਲੇਕਿਨ ਪਾਣੀ ਹਵਾ ਦੀ ਆਪਾਂ ਬਹੁਤੀ ਗੱਲ ਇਸ ਕਰਕੇ ਨਹੀਂ ਕਰਦੇ ਕਿ ਪਾਣੀ ਹਵਾ ਦੀ ਲੜਾਈ ਵੱਡੀ ਲੜਾਈ ਹੈ।
ਕਿ ਉਹ ਇੱਕ ਵੱਡੀ ਕੋਸ਼ਿਸ਼ ਹੈ ਸਮਾਜ ਦੀ, ਲੇਕਿਨ ਉਹਨੂੰ ਭੁੱਲਣਾ ਕਦੇ ਨਹੀਂ ਚਾਹੀਦਾ, ਕਿਉਂਕਿ ਸਾਫ਼ ਸੁਥਰੀ ਹਵਾ ਅਤੇ ਸਾਫ਼ ਸੁਥਰਾ ਪਾਣੀ ਜਿਹੜਾ ਉਹ ਸਾਡੇ ਮਨੁੱਖੀ ਜੀਵਨ ਲਈ ਨਹੀਂ ਇਕੱਲਾ, ਪੂਰਾ ਜਿਹੜਾ ਜੀਵਨ ਇਸ ਧਰਤੀ 'ਤੇ ਵਸਿਆ ਹੋਇਆ ਹੈ, ਉਹ ਸਾਰੇ ਦਾ ਸਾਰਾ ਹਵਾ ਅਤੇ ਪਾਣੀ ਦੇ ਉੱਪਰ ਨਿਰਭਰ ਹੈ। ਅਤੇ ਹਵਾ ਅਤੇ ਪਾਣੀ ਦੀ ਅਗਰ ਸ਼ੁੱਧਤਾ ਅਸੀਂ ਯਕੀਨੀ ਨਹੀਂ ਬਣਾ ਸਕਦੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਹੋਰ ਸਖਤ ਹੋ ਜਾਏਗਾ, ਜਿਹੜਾ ਕਿ ਹੁਣ ਸਖਤ ਹੋ ਚੁੱਕਿਆ, ਕਿਉਂਕਿ ਅਸੀਂ ਹਵਾ ਨਾ ਤਾਂ ਹਵਾ ਸ਼ੁੱਧ ਹੈ ਸਾਡੀ, ਨਾ ਪਾਣੀ ਸ਼ੁੱਧ ਹੈ। ਤਾਂ ਉਹ ਲੜਾਈ ਸਾਨੂੰ ਲੜਨੀ ਬਹੁਤ ਜ਼ਰੂਰੀ ਹੈ। ਤੀਜਾ ਜਿਹੜਾ ਹੈਗਾ ਖਾਣਾ, ਉਹ ਸਾਡੇ ਹੱਥ 'ਚ ਹੈ। ਅੱਜ ਵੀ ਅਸੀਂ ਖੁਸ਼ਕਿਸਮਤ ਹਾਂ ਕਿ ਹਿੰਦੁਸਤਾਨ ਵਰਗੇ ਮੁਲਕ ਦੇ ਅੰਦਰ ਖਾਣੇ ਦਾ ਬਹੁਤ ਵੱਡਾ ਹਿੱਸਾ ਸਾਡੇ ਹੱਥ 'ਚ ਹੈ। ਵੈਸਟਰਨ ਕੰਟਰੀ ਦੇ 'ਚ ਤੁਸੀਂ ਅਮਰੀਕਾ ਚਲੇ ਜਾਓਗੇ ਤਾਂ ਅਮਰੀਕਾ 'ਚ ਤੁਹਾਨੂੰ ਇੰਨੀ ਲਿਬਰਟੀ ਵੀ ਬਹੁਤ ਘੱਟ ਹੈ ਉੱਥੇ, ਹਾਲਾਂਕਿ ਉੱਥੋਂ ਦੇ ਲੋਕ ਵੀ ਸਟਰਗਲ ਕਰ ਰਹੇ ਆ, ਜੋ ਅਸੀਂ ਇੱਥੇ ਸਟਰਗਲ ਕਰ ਰਹੇ ਹਾਂ ਕਿ ਸਾਨੂੰ ਨੈਚੁਰਲ ਫੂਡ ਮਿਲਣਾ ਚਾਹੀਦਾ। ਉੱਥੋਂ ਦੇ ਲੋਕ ਸਾਡੇ ਨਾਲੋਂ ਜ਼ਿਆਦਾ ਐਡਵਾਂਸ ਨੇ, ਕਿਉਂਕਿ ਉਹਨਾਂ ਨੂੰ ਤਾਂ ਆਜ਼ਾਦ ਹੋਇਆ ਨੂੰ 300 ਸਾਲ ਹੋ ਗਏ, 350 ਸਾਲ, ਅਤੇ ਇਸ ਕਰਕੇ ਉਹ ਸਾਡੇ ਨਾਲੋਂ ਜ਼ਿਆਦਾ ਐਡਵਾਂਸ ਨੇ, ਅਤੇ ਇਸ ਕਰਕੇ ਉਹ ਚੇਤਨ ਹੋ ਰਹੇ ਉਹ ਵੀ। ਉੱਥੇ ਵੀ ਲੜਾਈ ਚੱਲ ਰਹੀ ਹੈ ਕਿ ਜਿਹੜਾ ਇਹ ਭੋਜਨ ਨੂੰ ਤੁਸੀਂ ਇੰਡਸਟਰੀਲਾਈਜੇਸ਼ਨ ਕਰਦੇ ਹੋ, ਜੈਨੇਟਿਕਲੀ ਮੋਡੀਫਾਈ ਕਰਦੇ ਹੋ, ਕੈਮੀਕਲ ਸਪਰੇਜ਼ ਕਰਦੇ ਹੋ, ਇਹ ਬੰਦ ਕਰੋ। ਅਤੇ ਉੱਥੇ ਵੀ ਸਾਰੀ ਸਟਰਗਲ ਚੱਲ ਰਹੀ ਹੈ, ਉਹ ਪੂਰੀ ਮਨੁੱਖਤਾ ਲੜ ਰਹੀ ਹੈ ਇਹ ਲੜਾਈ, ਅਤੇ ਸਾਨੂੰ ਵੀ ਲੜਨੀ ਚਾਹੀਦੀ ਹੈ, ਕਿਉਂਕਿ ਭੋਜਨ ਦੀ ਸ਼ੁੱਧਤਾ ਜਿਹੜੀ ਹੈ ਅਤੇ ਭੋਜਨ ਦਾ ਵਧੀਆ ਹੋਣਾ ਸਭ ਤੋਂ ਜ਼ਿਆਦਾ ਸਾਡੇ ਹੱਥ 'ਚ ਹੈ, ਅਤੇ ਉਹ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 2 ਨੰਬਰ 'ਤੇ ਗੱਲ ਕਰਦੇ ਹਾਂ ਆਹਾਰ ਤੋਂ ਬਾਅਦ ਸਾਡੀਆਂ ਜਿਹੜੀਆਂ ਮੈਡੀਸਨਲ ਪਲਾਂਟਸ ਦੀ, ਕਿ ਬਹੁਤ ਸਾਰੇ ਦਵਾ ਪੌਦੇ ਕੁਦਰਤ ਨੇ ਸਾਨੂੰ ਦਿੱਤੇ ਹੈ। ਉਹ ਸਾਡੀ ਸੱਭਿਅਤਾ ਦੀ ਜਿਹੜੀ ਅਮੀਰੀ ਹੈ ਉਹ ਉਸ ਟ੍ਰੈਡੀਸ਼ਨ 'ਚ ਹੈ। ਇਹ ਅਮੀਰੀ ਪੱਛਮ 'ਚ ਨਹੀਂ ਹੈਗੀ, ਪੱਛਮ ਸਾਥੋਂ ਸਿੱਖਦਾ। ਅੱਜ ਤੁਸੀਂ ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਸਾਡਾ ਸਾਰਾ ਕੁਝ ਉੱਥੇ ਮਿਲਦਾ, ਲੇਕਿਨ ਸਾਨੂੰ ਸਾਥੋਂ ਸਿੱਖਿਆ ਉਹਨਾਂ ਦੇ ਆਪਣੇ ਸਿਸਟਮ 'ਚ ਬਹੁਤਾ ਨਹੀਂ ਹੈ, ਉਹ ਬਹੁਤ ਹੈਗਾ ਲੇਕਿਨ ਬਹੁਤ ਥੋੜ੍ਹਾ। ਉੱਥੋਂ ਦੀ ਟ੍ਰੈਡੀਸ਼ਨਲ ਸੋਸਾਇਟੀ ਸੀਗੀ, ਉਹਨਾਂ ਕੋਲ ਵੀ ਨੌਲੇਜ ਸੀਗਾ, ਲੇਕਿਨ ਸਾਡੇ ਜਿੰਨੀ ਅਮੀਰੀ ਨਹੀਂ ਸੀ। ਸਾਡੇ ਡਾਕਟਰ ਸਾਹਿਬ ਕਿ ਉਹਨਾਂ ਨੇ ਸਾਡੀਆਂ ਕਮੀਆਂ ਅਤੇ ਉਹਨਾਂ ਦੀ ਤੇਜ਼ੀ ਜਿਹੜੀ ਹੈ ਉਹਨਾਂ ਨੂੰ ਸਾਡੇ ਨਾਲੋਂ ਤੇਜ਼ ਕਰ ਗਈ, ਸਾਨੂੰ ਕਮਜ਼ੋਰ ਕਰ ਗਈ। ਜਿਵੇਂ ਹਲਦੀ ਹੈ, ਉਹ ਪ੍ਰੋਡਕਟ ਤਾਂ ਇੰਡੀਅਨ ਜਿਹੜਾ ਉਹਨੇ ਪੱਧਤੀ ਤਾਂ ਇੰਡੀਆ ਨੇ ਉਹਦੇ ਵੈਦਾਂ ਨੇ ਉਹਨਾਂ ਨੂੰ ਇਲਾਜ ਕਰਨ ਲਈ ਵਰਤਿਆ, ਲੇਕਿਨ ਪੇਟੈਂਟ ਜਿਹੜੀ ਉਹ ਕਈ ਤਰ੍ਹਾਂ ਦੀ ਜਿਹੜੀ ਅਮਰੀਕਾ ਕਰਵਾਇਆ। ਨਹੀਂ, ਪਰ ਉਸ ਪੇਟੈਂਟ ਦਾ ਫਾਇਦਾ ਨਹੀਂ ਨਾ ਕੋਈ ਵੀ, ਉਹ ਤਾਂ ਪ੍ਰੂਵ ਹੋ ਗਿਆ ਨਾ ਕਿ ਜੇ ਹਲਦੀ ਤੁਸੀਂ ਐਜ਼ ਏ ਹੋਲ ਖਾਓਗੇ ਤਾਂ ਹੀ ਉਹ ਫਾਇਦਾ ਕਰੇਗੀ, ਤੁਸੀਂ ਉਹਨੂੰ ਕਰਕਿਊਮਨ ਅੱਡ ਕੱਢ ਕੇ ਖਾਓਗੇ ਤਾਂ ਕੋਈ ਫਾਇਦਾ ਨਹੀਂ ਕਰਦੀ ਉਹ। ਸੋ ਉਹ ਤਾਂ ਐਵੇਂ ਉਹਨਾਂ ਦਾ ਬਿਜ਼ਨਸ ਹੈ, ਧੰਦੇਬਾਜ਼ੀ ਹੈ, ਕਿਉਂਕਿ ਉੱਥੇ ਕਾਰਪੋਰੇਟ ਦਾ ਰਾਜ ਹੈ, ਅਤੇ ਉਸ ਸ਼ਕਲ 'ਚ ਵੇਚਣਾ ਚਾਹੁੰਦੇ, ਉਹਨੂੰ ਉਸ ਸ਼ਕਲ 'ਚ ਲੋਕਾਂ ਨੂੰ ਦੇਣਾ ਚਾਹੁੰਦੇ ਜਿਹਦੇ 'ਤੇ ਉਹਨਾਂ ਦਾ ਕਬਜ਼ਾ ਹੋਵੇ। ਅਤੇ ਕਬਜ਼ਾ ਤਾਂ ਹੀ ਹੋ ਸਕਦਾ ਜੇ ਉਹਦੇ ਕੋਈ ਐਕਸਟ੍ਰੈਕਟ ਕੱਢਣਗੇ ਤਾਂ, ਅਤੇ ਐਕਸਟ੍ਰੈਕਟ ਕੱਢਣ ਨਾਲ ਉਹਦੇ ਦਿਮਾਗ ਗੁਣ ਖਤਮ ਹੋ ਜਾਂਦੇ ਆ, ਇਹ ਪ੍ਰੂਵ ਹੋ ਗਿਆ। ਸੋ ਇਸ ਕਰਕੇ ਉਹ ਗੱਲ ਜਿਹੜੀ ਉਹ ਤਾਂ ਕੰਡਮ ਹੋ ਗਈ ਉਹਨਾਂ ਦੀ, ਕਿ ਉਹ ਜਿਹੜਾ ਕਰਕਿਊਮਨ ਕੱਢ ਕੇ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਲਸਣ 'ਚੋਂ ਉਹਦਾ ਐਕਸਟ੍ਰੈਕਟ ਕੱਢ ਲੈਂਦੇ ਆ, ਕਰਕਿਊਮਨ 'ਚੋਂ ਕੱਢ ਲੈਂਦੇ ਆ, ਬ੍ਰਹਮੀ 'ਚੋਂ ਕੱਢ ਲੈਂਦੇ ਆ, ਐਕਸਟ੍ਰੈਕਟ ਫਾਰਮ 'ਚ ਉਹ ਯੂਜ਼ਲੈਸ ਹੋ ਜਾਂਦਾ। ਇਹ ਪ੍ਰੂਵ ਹੋ ਗਿਆ ਕਿ ਕਰੂਡ ਫਾਰਮ 'ਚ ਹੀ, ਨੈਚੁਰਲ ਫਾਰਮ 'ਚ ਹੀ ਉਹ ਇਫੈਕਟਿਵ ਹੈ, ਜਿਹੜੀ ਐਕਸਟ੍ਰੈਕਟ ਫਾਰਮ 'ਚ ਇਫੈਕਟਿਵ ਹੀ ਨਹੀਂ ਹੈ। ਇਸ ਕਰਕੇ ਉਹ ਜਿਹੜਾ ਸੰਨਤੀ ਕਰਨਾ ਉਹਦਾ ਉਹ ਫੇਲ ਹੋ ਚੁੱਕਿਆ। ਇਸ ਕਰਕੇ ਜਿਹੜੀ ਸਾਡੀ ਸੱਭਿਅਤਾ ਦੇ ਅੰਦਰ, ਸਾਡਾ ਜਿਹੜਾ ਆਯੁਰਵੇਦ ਦੇ ਅੰਦਰ ਜਿਹੜੇ ਇਹ ਮੈਡੀਸਨਲ ਪਲਾਂਟਸ ਦਾ ਗੁਣ ਸੀਗਾ, ਉਹ ਸਾਨੂੰ ਸਟੱਡੀ ਕਰਨਾ ਚਾਹੀਦਾ, ਆਪਣੀ ਜ਼ਿੰਦਗੀ 'ਚ ਅਡਾਪਟ ਕਰਨਾ ਚਾਹੀਦਾ। ਔਰ ਸਾਡੀਆਂ ਹੱਡੀਆਂ ਵਾਸਤੇ, ਸਾਡੇ ਪੱਠਿਆਂ ਲਈ, ਸਾਡੇ ਜੋੜਾਂ ਦੀ ਲਚਕ ਲਈ ਬੇਹੱਦ ਉਹਨਾਂ ਮੈਡੀਸਨਲ ਪਲਾਂਟਸ ਦੀ ਵੈਲਿਊ ਹੈ। ਇਕੱਲੇ ਪਲਾਂਟਸ ਦੀ ਅਲੱਗ-ਅਲੱਗ ਕਿਸਮ ਦੀ ਵੈਲਿਊ ਹੈ। ਅਤੇ ਤੀਜਾ ਜਿਹੜਾ ਆਪਾਂ ਗੱਲ ਕਰਦੇ ਹੁੰਦੇ ਉਹ ਬਹੁਤ ਹੀ ਇੱਥੇ ਰੈਲੇਵੈਂਟ ਹੈ, ਉਹਦੀ ਮੈਂ ਸਮਝਦਾ ਕਿ ਅੱਜ ਸਾਡੇ ਸਕੈਲਟਲ ਸਿਸਟਮ ਨਾਲ ਉਹ ਹੈਗੀ ਆ ਕਿ ਫਿਜ਼ੀਕਲ ਐਕਸਰਸਾਈਜ਼, ਯੋਗਾ ਅਤੇ ਸਪੈਸੀਫਿਕ ਔਰਗਨ ਬੇਸਡ ਐਕਸਰਸਾਈਜ਼। ਉਹ ਜਿਹੜੀਆਂ ਨੇ ਔਰਗਨ ਬੇਸਡ ਐਕਸਰਸਾਈਜ਼ ਨੇ ਉਹ ਫਿਜ਼ੀਓਥੈਰੇਪੀ 'ਚ ਆ ਜਾਂਦੀਆਂ, ਫਿਰ ਫਿਜ਼ੀਓਥੈਰੇਪੀ ਦੇ ਫੀਲਡ 'ਚ ਆ ਜਾਂਦੀਆਂ ਨੇ। ਤਾਂ ਇਹ ਫੀਲਡ ਜਿਹੜਾ ਹੈਗਾ ਸਾਡੇ ਢਾਂਚੇ ਨੂੰ ਮਜ਼ਬੂਤ ਰੱਖਣ ਲਈ ਮੈਂ ਸਮਝਦਾ ਕਿ ਇਹਦੇ ਉੱਪਰ ਵੀ ਸਾਡੇ ਸਮਾਜ ਦੇ ਅੰਦਰ ਬਹੁਤ ਕਮਜ਼ੋਰ ਹਾਂ ਅਸੀਂ, ਕਿ ਅਸੀਂ ਉੱਧਰ ਧਿਆਨ ਹੀ ਨਹੀਂ ਦਿੰਦੇ। ਅਸੀਂ ਆਪਣੀ ਮਨਮਰਜ਼ੀ ਕਰਦੇ ਹਾਂ। ਜੇ ਕਿਸੇ ਨੂੰ ਪੁੱਛੋ ਸੈਰ ਕਰਦਾ, ਨਹੀਂ ਜੀ ਸੈਰ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕੋਈ ਕਾਰਨ ਨਹੀਂ, ਕਾਰਨ ਕੋਈ ਨਹੀਂ ਹੈ, ਲੇਕਿਨ ਨਹੀਂ ਕਰਦਾ ਕਿਉਂਕਿ ਕੋਈ ਚੇਤਨ ਨਹੀਂ ਹੈ। ਉਹਨੂੰ ਇਹ ਸਮਝ ਨਹੀਂ ਕਿ ਮੇਰੇ ਢਾਂਚੇ ਨੂੰ ਮਜ਼ਬੂਤ ਰੱਖਣ ਲਈ ਫਿਜ਼ੀਕਲ ਐਕਟੀਵਿਟੀ ਜਾਂ ਐਕਸਰਸਾਈਜ਼ ਬੇਹੱਦ ਜ਼ਰੂਰੀ ਹੈ। ਹਾਂ, ਟਾਈਮ ਨਹੀਂ ਤਾਂ ਉਹਦਾ ਕੁਦਰਤ ਉਹਦਾ ਬੜੀ ਸੋਹਣੀ ਸੇਇੰਗ ਹੈ ਨਾ, ਜਿਹੜਾ ਬੰਦਾ ਕਹਿੰਦਾ ਨਾ ਮੇਰੇ ਕੋਲ ਆਪਣੀ ਸਿਹਤ ਲਈ ਟਾਈਮ ਨਹੀਂ ਹੈ, ਪਰਮਾਤਮਾ ਵੀ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਹੈ, ਉਹ ਵੀ ਟਾਈਮ ਘੱਟ ਕਰ ਦਿੰਦਾ। ਫਿਰ ਜਿੰਨਾ ਤੁਹਾਡੇ ਕੋਲ ਟਾਈਮ ਘੱਟ ਹੈ, ਫਿਰ ਤੁਹਾਨੂੰ ਫਿਰ ਉਹ ਵੀ ਕਹਿੰਦਾ ਚੰਗਾ ਘੱਟ ਹੈ, ਤਾਂ ਫਿਰ ਘੱਟ ਨਾਲ ਹੀ ਜਿਉਂ ਲੈ। ਸੋ ਇਸ ਕਰਕੇ ਆਪਣੀ ਸਿਹਤ ਵੱਲ, ਜਿਹੜਾ ਸਿਹਤ ਪ੍ਰਾਇਮਰੀ ਹੈ, ਜਿਹੜੀ ਬਾਕੀ ਗੱਲਾਂ ਜਿਹੜੀਆਂ ਨੇ, ਪੈਸੇ ਕਿੰਨੇ ਕਮਾਉਂਦੇ ਹੋ ਤੁਸੀਂ, ਆਪਣੀ ਕੁਰਸੀ ਨੂੰ ਕਿੰਨਾ ਬਚਾ ਕੇ ਰੱਖਦੇ ਹੋ, ਲੋਕਾਂ 'ਤੇ ਕਿੰਨਾ ਦਬਦਬਾ ਜਮਾਉਂਦੇ ਹੋ, ਇਹ ਗੱਲਾਂ ਕੋਈ ਇੰਪੋਰਟੈਂਟ ਨਹੀਂ ਹੈਗੀਆਂ। ਜੇ ਸਿਹਤ ਠੀਕ ਹੈ ਤਾਂ ਹੀ ਇਹ ਗੱਲਾਂ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਮੀਨਿੰਗਫੁਲ ਹੈਗੀਆਂ ਨੇ। ਜੇ ਤੁਸੀਂ ਸਿਹਤ ਖਰਾਬ ਹੈ, ਕੱਲ੍ਹ ਨੂੰ ਕੋਈ ਨਹੀਂ ਪੁੱਛਦਾ। ਜੇ ਤੁਸੀਂ ਬਿਮਾਰ ਹੋ ਤਾਂ ਕੱਲ੍ਹ ਇੱਥੋਂ ਤੱਕ ਨੌਬਤ ਆ ਜਾਂਦੀ ਹੈ, ਘਰ ਦੇ ਵੀ ਪੁੱਛਣ ਵੜ ਜਾਂਦੇ ਆ, ਅਤੇ ਤੁਸੀਂ ਆਪਣੇ ਆਪ ਜੋਗੇ ਵੀ ਨਹੀਂ ਰਹਿੰਦੇ। ਤਾਂ ਇਸ ਕਰਕੇ ਸਿਹਤ ਜਿਹੜੀ ਹੈ ਮੁੱਖ ਚੀਜ਼ ਹੈ। ਜੇ ਸਿਹਤਮੰਦ ਬੰਦਾ ਹੈਗਾ ਤਾਂ ਸਾਰਾ ਕੁਝ ਠੀਕ ਹੈ,
ਜੇ ਸਿਹਤਮੰਦ ਨਹੀਂ ਤਾਂ ਕੁਝ ਵੀ ਠੀਕ ਨਹੀਂ ਹੈ। ਸੋ ਇਸ ਕਰਕੇ ਸਿਹਤ ਜਿਹੜੀ ਸਭ ਤੋਂ ਜ਼ਰੂਰੀ ਮੈਂ ਸਮਝਦਾ ਕਿ ਮਨੁੱਖ ਦੀ ਸਭ ਤੋਂ ਪਿਆਰੀ ਚੀਜ਼ ਅਗਰ ਹੋਣੀ ਚਾਹੀਦੀ ਹੈ ਤਾਂ ਉਹ ਸਿਹਤ ਹੈ। ਤੇ ਵੈਸੇ ਵੀ ਦੁਨੀਆ 'ਚ ਹੁਣ ਤੱਕ ਜਿੰਨੇ ਸਰਵੇ ਹੋਏ ਆ ਕਿ ਤੁਹਾਨੂੰ ਸਭ ਤੋਂ ਪਿਆਰਾ ਕੀ ਹੈ, ਤਾਂ ਉਹ 'ਚ ਇੱਕੋ ਹੀ ਗੱਲ ਆਉਂਦੀ ਹੈ, ਮੇਰੀ ਹੈਲਥ। ਤਾਂ ਹੈਲਥ ਜਿਹੜੀ ਹੈ ਉਹ ਸਭ ਤੋਂ ਪ੍ਰਿਯ ਹੋਣੀ ਚਾਹੀਦੀ ਹੈ ਸਾਨੂੰ। ਅਤੇ ਹੈਲਥ ਨੂੰ ਠੀਕ ਰੱਖਣ ਲਈ ਆਪਾਂ ਨੂੰ ਜਿਹੜੇ ਇਹ ਗੁਣ ਨੇ, ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਹੈਲਥ ਠੀਕ ਰੱਖਣ ਲਈ 80% ਕੰਮ ਕੁਦਰਤ ਕਰਦੀ ਹੈ, ਉਹਨੂੰ ਕਰਨ ਦੇਣਾ ਚਾਹੀਦਾ। ਉਹ 'ਚ ਆਪਣੀ ਟੰਗ ਨਾ ਅੜਾਓ, ਫਾਲਤੂ ਦੀ ਟੰਗ ਨਾ ਅੜਾਓ। 80% ਉਹ ਕਰਦੀ ਹੈ, 80% ਦਾ ਜਿਹੜਾ ਬਾਕੀ 20% ਦਾ 80% ਤੁਸੀਂ ਤੁਹਾਡੇ ਹੱਥ 'ਚ ਹੈ, ਕਿਸੇ ਦੀ ਹੈਲਪ ਦੀ ਲੋੜ ਨਹੀਂ ਹੈ। ਬਾਕੀ ਜਿਹੜਾ 20% ਮੇਰੇ ਹੱਥ 'ਚ ਹੈ, ਉਹਦਾ ਅੱਗੇ 20% ਤੁਸੀਂ ਕਿਸੇ ਪੈਥੀ ਦੀ ਹੈਲਪ ਲੈਣੀ ਹੈ। ਕੋਈ ਹੋਮੋਪੈਥੀ ਦਵਾਈ ਖਾਣੀ ਹੈ, ਕੋਈ ਆਯੁਰਵੈਦਿਕ ਖਾਣੀ ਹੈ, ਕੋਈ ਐਲੋਪੈਥੀ ਖਾਣੀ ਹੈ, ਕਿ ਨੈਚੁਰੋਪੈਥੀ ਕਰਨੀ ਹੈ, ਕਿ ਐਕੂਪ੍ਰੈਸ਼ਰ, ਉਹ ਕਿਸੇ ਸਪੈਸ਼ਲਿਸਟ ਦੀ ਐਕਸਪਰਟ ਦੀ ਲੋੜ ਹੈ। ਸਿਰਫ 20% ਦਾ 20%। ਸੋ ਇਸ ਕਰਕੇ ਬਹੁਤ ਥੋੜ੍ਹਾ ਹੈ ਜਿਹੜਾ ਕਿ ਕਿਸੇ ਸਪੈਸ਼ਲਿਸਟ ਦੀ ਲੋੜ ਹੈ ਜਾਂ ਐਕਸਪਰਟ ਦੀ ਲੋੜ ਹੈ। ਜਾਂ ਤਾਂ ਕੁਦਰਤ ਦੇ ਹੱਥ 'ਚ ਹੈ ਜਾਂ ਮੇਰੇ ਆਪਣੇ ਹੱਥ 'ਚ ਹੈ ਸਿਹਤ ਠੀਕ ਰੱਖਣੀ। ਸੋ ਇਸ ਕਰਕੇ ਜਿਹੜਾ ਬੰਦਾ ਚੇਤਨ ਹੈ ਉਹਦੀ ਸਿਹਤ ਨੂੰ ਕੋਈ ਕੁਛ ਨਹੀਂ ਵਿਗਾੜ ਸਕਦਾ। ਨਾ ਉਹਦੀ ਕੋਈ ਵਾਇਰਸ ਕੁਛ ਵਿਗਾੜੇ, ਨਾ ਕਰੋਨਾ ਵਿਗਾੜੇ, ਨਾ ਕੋਈ ਵਾਇਰਸ ਵਿਗਾੜੇ, ਨਾ ਉਹਨੂੰ ਕੋਈ ਪੁਰਾਣੀ ਬਿਮਾਰੀ ਲੱਗੇ, ਨਾ ਉਹਨੂੰ ਕੋਈ ਸ਼ੂਗਰ ਹੋਵੇ, ਨਾ BP ਹੋਵੇ, ਨਾ ਕੈਂਸਰ ਹੋਵੇ, ਨਾ ਉਹਨੂੰ ਆਟੋਇਮਿਊਨ ਡਿਸਆਰਡਰ, ਕੁਛ ਨਹੀਂ ਹੁੰਦਾ। ਅਤੇ ਨਾ ਉਹਨੂੰ ਕਿਸੇ ਵਾਇਰਸ ਤੋਂ ਡਰਨ ਦੀ ਲੋੜ ਹੈ। ਸੋ ਇਸ ਕਰਕੇ ਲੋੜ ਅੱਜ ਇਹ ਹੈ ਕਿ ਕੁਦਰਤ ਨੂੰ ਸਮਝੀਏ, ਅਸੀਂ ਕੁਦਰਤ ਕਿਵੇਂ ਸਾਨੂੰ ਸਿਹਤਮੰਦ ਰੱਖਦੀ ਹੈ ਉਹਨੂੰ ਸਮਝੀਏ। ਅਤੇ ਬਾਕੀ ਜਿਹੜੇ ਪੰਜ ਜਿਹੜੇ ਕੰਪਾਰਟਮੈਂਟ ਨੇ, ਪੰਜ ਸੈਗਮੈਂਟ ਨੇ, ਇਹਨੂੰ ਆਪਣੇ ਦਿਲ 'ਚ ਵਸਾਈਏ। ਆਪਾਂ ਡਾਇਟ ਪਹਿਲਾਂ ਗੱਲ ਕੀਤੀ ਹੈ ਆਹਾਰ ਦੀ, ਫਿਰ ਕੀਤੀ ਹੈ ਮੈਡੀਸਨਲ ਪਲਾਂਟਸ ਦੀ, ਤੀਜੀ ਕੀਤੀ ਆਪਾਂ ਫਿਜ਼ੀਕਲ ਐਕਟੀਵਿਟੀ ਦੀ। ਹੁਣ ਫਿਜ਼ੀਕਲ ਐਕਟੀਵਿਟੀ ਜਿਹੜੀਆਂ ਨੇ ਇਹ ਔਰਗਨ ਸਪੈਸੀਫਿਕ ਨੇ। ਅੱਜ ਜਿਹੜੀ ਫਿਜ਼ੀਕਲ ਐਕਸਰਸਾਈਜ਼ ਇੰਨੀ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ, ਇਹਦੇ ਅੰਦਰ ਮਤਲਬ ਵੰਡਰਫੁਲ ਐਡਵਾਂਸਿਸ ਹੋਈਆਂ ਨੇ ਕਿ ਤੁਸੀਂ ਜਿੰਨਾ ਮਰਜ਼ੀ ਜੋੜ ਖਰਾਬ ਹੋਵੇ ਤੁਸੀਂ ਉਹਨੂੰ ਚਲਾ ਸਕਦੇ ਹੋ। ਕੁਛ ਆਪ ਕਰ ਸਕਦੇ ਹੋ, ਕੁਛ ਫਿਜ਼ੀਓਥੈਰੇਪਿਸਟ ਦੀ ਹੈਲਪ ਲੈ ਸਕਦੇ ਹੋ। ਉਹਦੇ ਅੰਦਰ ਬਹੁਤ ਸਾਰੇ ਹੋ ਗਿਆ, ਹੁਣ ਕੁਛ ਸੇਕੇ ਆ ਗਏ ਸਪੈਸ਼ਲ ਕਿਸਮ ਦੇ, ਅਲਟਰਾਸਾਊਂਡ ਆ ਗਿਆ, ਮਸ਼ੀਨਾਂ ਆ ਗਈਆਂ ਨੇ, ਐਕਸਪਰਟਾਈਜ਼ ਆ ਗਈ ਹੈ। ਤਾਂ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ। ਉਹ ਤਾਂ ਆਪਾਂ ਮੰਨ ਲਓ ਹੱਥ ਦੀਆਂ ਐਕਸਰਸਾਈਜ਼ ਨੇ, ਇਕੱਲੀ ਹੱਥ ਦੀਆਂ ਐਕਸਰਸਾਈਜ਼ ਦੇ ਉੱਪਰ ਵੀ ਆਪਾਂ ਗੱਲ ਕਰ ਸਕਦੇ ਹਾਂ। ਔਰ ਬਹੁਤ ਸਾਰੇ ਲੋਕਾਂ ਨੂੰ ਐਕਸਰਸਾਈਜ਼ ਕਰਨ ਦਾ ਪਤਾ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਆਪਾਂ ਹੱਥ ਦੀ ਐਕਸਰਸਾਈਜ਼ ਕਰਨੀ ਹੋਵੇ ਤਾਂ ਹੱਥ ਦੀ ਐਕਸਰਸਾਈਜ਼ ਕਰਨ ਦੇ ਹੁਣ 3 ਮੁੱਖ ਤਰੀਕੇ ਨੇ। ਮੰਨ ਲਓ ਆਪਾਂ ਹੱਥ ਦੀ ਐਕਸਰਸਾਈਜ਼ ਕਰਨੀ ਹੈ, ਇੱਕ ਤਾਂ ਇਹ ਤਰੀਕਾ, ਮੈਂ ਹੱਥ ਦੀ ਐਕਸਰਸਾਈਜ਼ ਕਰਨੀ ਕਿ ਨਾਰਮਲ ਇੱਦਾਂ ਦਾ, ਮਤਲਬ 10 ਵਾਰੀ ਮੈਂ ਇਹ ਕੀਤੀ, ਫਿਰ 5 ਵਾਰੀ ਮੈਂ ਕਰਾਂ ਥੋੜ੍ਹਾ ਰੁਕ ਕੇ। ਹਾਂ, ਤਾਂ ਰੁਕ ਕੇ ਇੱਧਰ ਵੀ ਪੂਰਾ ਰੁਕ ਗਏ, ਇੱਧਰ ਵੀ ਪੂਰਾ ਰੁਕ ਗਏ, ਇੱਧਰ ਵੀ ਪੂਰਾ ਰੁਕ ਗਏ, ਇੱਧਰ ਵੀ ਪੂਰਾ ਰੁਕ ਗਏ। ਉਹਦਾ ਆਪਣਾ ਰੋਲ ਹੈ। ਫਿਰ ਲਾਸਟ ਇੱਕ ਵਾਰੀ ਮੈਂ ਕਰਾਂ, ਜਿੱਥੇ ਜਾ ਕੇ ਰੁਕ ਗਏ ਉੱਥੇ ਰੁਕੇ ਰਹੇ, ਬਹੁਤ ਜਿੰਨਾ ਖਿੱਚ ਸਕਦੇ ਵੱਧ ਤੋਂ ਵੱਧ ਖਿੱਚ ਦਿਓ। ਉਹਦੀ ਆਪਣੀ ਇੱਕ ਵੈਲਿਊ ਹੈ, ਉਹਦੀ ਆਪਣੀ ਇੱਕ ਵੈਲਿਊ ਹੈ। ਸੋ 3 ਸਟੇਜਸ ਨੇ, ਹਰ ਐਕਸਰਸਾਈਜ਼ ਦੀਆਂ 3 ਸਟੇਜਸ ਨੇ। ਨਾਰਮਲ ਮੂਵਮੈਂਟ, ਥੋੜ੍ਹਾ ਰੁਕ ਕੇ, ਥੋੜ੍ਹਾ ਜਿਹਾ ਰੁਕਣਾ, ਫਿਰ ਲਾਸਟ 'ਤੇ ਪੂਰਾ ਖਿੱਚ ਕੇ ਸਟ੍ਰੈਚਿੰਗ, ਜਿਹਨੂੰ ਉਹਨੂੰ ਅਸੀਂ ਕਹਿੰਦੇ ਸਟ੍ਰੈਚਿੰਗ ਐਕਸਰਸਾਈਜ਼ਸ। ਸਟ੍ਰੈਚ ਕਰਕੇ ਰੋਕ ਲਓ, ਉਹ ਭਾਵੇਂ 1 ਵਾਰੀ ਕਰ ਲਓ ਜਾਂ 2 ਵਾਰੀ ਕਰ ਲਓ, ਬਸ ਬਹੁਤ ਹੁੰਦਾ। ਉਹ ਸਟ੍ਰੈਚਿੰਗ 1 ਜਾਂ 2 ਵਾਰੀ ਬਹੁਤ ਹੈ। ਹਲਕਾ ਰੁਕਣ ਵਾਲੀ 5 ਤੋਂ ਲੈ ਕੇ 10 ਵਾਰੀ ਕਰ ਲਓ। ਨਾਰਮਲ ਮੂਵਮੈਂਟ 10 ਤੋਂ 20 ਵਾਰੀ ਕਰ ਲਓ। ਕਿਸੇ ਵੀ ਅੰਗ ਦੀ ਕਰ ਲਓ, ਤੁਸੀਂ ਗਰਦਨ ਦੀ ਕਰ ਲਓ, ਮੂੰਹ ਦੀ ਕਰ ਲਓ। ਮੂੰਹ ਦੀ ਐਕਸਰਸਾਈਜ਼ ਬਹੁਤ ਲੋਕਾਂ ਨੂੰ ਪਤਾ ਨਹੀਂ ਹੈ। ਅਸੀਂ ਐਕਸਰਸਾਈਜ਼ ਬਾਰੇ ਇੰਨੇ ਅਨਅਵੇਅਰ ਹਾਂ ਕਿ ਸਾਨੂੰ ਪਤਾ ਨਹੀਂ ਮੂੰਹ ਦੀ ਐਕਸਰਸਾਈਜ਼ ਵੀ ਹੋ ਸਕਦੀ ਹੈ। ਉਹਨੂੰ ਕਹਿੰਦੇ ਫੇਸ ਯੋਗਾ। ਫੇਸ ਯੋਗਾ ਦਾ ਆਪਾਂ ਸਪੈਸ਼ਲ ਐਪੀਸੋਡ ਕਰ ਲਾਂਗੇ ਕਿਸੇ ਦਿਨ ਕਿ ਫੇਸ ਯੋਗਾ ਕਿੱਦਾਂ ਕਰਨਾ। ਤਾਂ ਇਹ ਹੱਥਾਂ ਦੀ ਐਕਸਰਸਾਈਜ਼, ਜੇ ਤੁਹਾਡੀਆਂ ਹੱਥਾਂ ਦੀਆਂ ਜਿਵੇਂ ਛੋਟੀਆਂ ਉਂਗਲਾਂ ਦੀਆਂ ਆਹ ਨਾ ਜੋੜਾਂ ਦੀ ਐਕਸਰਸਾਈਜ਼ ਵੀ ਕਰਦੇ ਹੀ ਨਹੀਂ ਹੈ। ਜਿਵੇਂ ਇਹ ਦੇਖੋ, ਇਹ ਜਿਹੜੀ ਹੈ ਇਹ ਛੋਟੀ ਜੋੜ ਦੀ ਐਕਸਰਸਾਈਜ਼ ਹੈ, ਕਦੀ ਬੋਦਰ ਹੀ ਨਹੀਂ ਕਰਦੇ ਅਸੀਂ। ਅਤੇ ਬਹੁਤ ਵਾਰੀ ਕੀ ਹੋਊਗਾ ਕਿ ਬਹੁਤ ਜਿਹੜੇ ਬਜ਼ੁਰਗ ਹੋਣਗੇ ਜਾਂ ਉਮਰ ਦੇ ਨਾਲ ਇਹ ਲਚਕ ਘਟ ਜਾਏਗੀ। ਮੇਰੀ ਦੇਖੋ ਇਹ ਲਚਕ ਨਹੀਂ ਘਟੀ ਨਾ, ਇਹਨੇ ਇੰਨੀ ਬੱਚਿਆਂ ਦੀ ਹੁੰਦੀ ਹੈ, ਇੰਨੀ ਮੇਰੀ ਉਂਗਲ ਦੀ ਲਚਕ ਹੈ। ਇਹ ਬਿਲਕੁਲ ਨਾਲ ਟੱਚ ਕਰ ਰਹੀਆਂ ਉਂਗਲਸ। ਕਿਉਂ ਕਰ ਰਹੀਆਂ ਨੇ? ਕਿਉਂਕਿ ਮੈਂ ਕਰਦਾ ਰਹਿਣਾ। ਸੋ ਇਹਦੇ 'ਤੇ ਵੀ ਇਹੀ ਤੁਸੀਂ ਇੱਦਾਂ ਕੀਤਾ, ਫਿਰ 5 ਵਾਰੀ ਰੁਕ ਕੇ ਕੀਤਾ, ਫਿਰ ਲਾਸਟ 'ਤੇ ਰੁਕ ਕੇ ਰੋਕ ਲਿੱਤਾ, ਰੋਕ ਕੇ ਫਿਰ ਪੂਰੀ ਜੋੜ ਦੀ ਮੁੱਠੀ ਕੁੱਟ ਕੇ ਫਿਰ ਰੋਕ ਲਿੱਤਾ। ਸੋ ਇਹ ਸਟ੍ਰੈਚਿੰਗ ਦੇ ਵਿੱਚ ਡਬਲ ਬੈਨੀਫਿਟ ਹੁੰਦਾ। ਸਟ੍ਰੈਚਿੰਗ ਦੇ ਵਿੱਚ ਇੱਕ ਤਾਂ ਜਿਹੜੇ ਤੁਹਾਡੇ ਟੈਂਡਨਸ ਹੁੰਦੇ ਆ, ਮਸਲਸ ਹੁੰਦੇ ਆ, ਬਹੁਤ ਜ਼ਿਆਦਾ ਪਾਵਰਫੁਲ ਹੋ ਜਾਂਦੇ ਆ। ਔਰ ਦੂਜੀ ਗੱਲ ਕੀ ਹੁੰਦੀ ਹੈ ਕਿ ਐਕੂਪ੍ਰੈਸ਼ਰ ਹੁੰਦਾ। ਹਰ ਬਾਡੀ ਦੇ ਅੰਦਰ ਹਰ ਇੱਕ ਐਕੂਪੰਕਚਰ ਪੁਆਇੰਟਸ ਨੇ। ਹਾਂ, ਹੱਥਾਂ 'ਚ, ਸਿਰ 'ਚ, ਪੈਰਾਂ 'ਚ। ਬਾਡੀ ਦੇ 3 ਹਿੱਸੇ ਨੇ, ਕੰਨ ਚੌਥਾ। ਬਾਡੀ ਦੇ 4 ਹਿੱਸੇ ਜਿਹੜੇ ਨੇ, ਪੈਰ, ਹੱਥ 2, ਸਕੈਲਪ 3 ਅਤੇ ਕੰਨ 4। ਚਾਰਾਂ ਦੇ ਉੱਪਰ ਪੂਰੀ ਬਾਡੀ ਰਿਪਰੈਜ਼ੈਂਟਡ ਹੈ। ਪੂਰੀ ਬਾਡੀ ਦੇ ਐਕੂਪ੍ਰੈਸ਼ਰ ਪੁਆਇੰਟਸ ਜਿਹੜੇ ਨੇ ਇਹਨਾਂ 4 ਅੰਗਾਂ 'ਤੇ ਹੁੰਦੇ ਆ। ਅਤੇ ਜਦੋਂ ਅਸੀਂ ਐਕੂਪ੍ਰੈਸ਼ਰ ਕਰਨਾ ਹੋਵੇ ਤਾਂ ਹੱਥਾਂ ਦਾ ਐਕੂਪ੍ਰੈਸ਼ਰ ਕਰਨਾ ਤਾਂ ਉਹ ਕਰ ਲਓ,
ਪੈਰਾਂ ਦਾ ਕਰਨਾ ਉਹਦਾ ਅਲੱਗ ਤਰੀਕਾ, ਕੰਨਾਂ ਦਾ ਕਰਨਾ ਉਹਦਾ ਅਲੱਗ ਤਰੀਕਾ, ਸਿਰ ਦਾ ਕਰਨਾ ਉਹਦਾ ਅਲੱਗ ਤਰੀਕਾ। ਸੋ ਮੈਂ ਇਹ ਗੱਲ ਆਪਾਂ ਇਸ ਕਰਕੇ ਜ਼ਿਆਦਾ ਕਰ ਰਹੇ ਹਾਂ ਕਿ ਫਿਜ਼ੀਕਲ ਐਕਸਰਸਾਈਜ਼ ਤੇ ਦਾ ਜਿਹੜਾ ਫੀਲਡ ਹੈ ਨਾ, ਸਮੁੰਦਰ ਆ ਉਹ, ਕਿ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ, ਆਪਣਾ ਸਕੈਲਟਲ ਢਾਂਚਾ ਆਪਣਾ ਮਜ਼ਬੂਤ ਰੱਖਣਾ ਹੈ, ਤਾਂ ਅੱਜ ਤੁਹਾਡੇ ਕੋਲ ਨੌਲੇਜ ਦੀ ਕੋਈ ਘਾਟ ਨਹੀਂ ਹੈ। ਉਹ ਬੰਦਾ ਨਹੀਂ ਲਾਗੂ ਕਰਦਾ, ਉਹਦੀ ਨਲਾਇਕੀ ਹੈ। ਮਤਲਬ ਕੱਲ੍ਹ ਤੱਕ, ਅੱਜ ਤੋਂ 10-20 ਸਾਲ ਤੱਕ ਇਹ ਗੱਲ ਸੀਗੀ ਕਿ ਨੌਲੇਜ ਨਹੀਂ ਸੀਗਾ, ਕਿ ਨੌਲੇਜ ਬਹੁਤ ਥੋੜ੍ਹੇ ਲੋਕਾਂ ਨੂੰ ਸੀਗਾ, ਆਮ ਲੋਕਾਂ ਤੱਕ ਨੌਲੇਜ ਨਹੀਂ ਸੀ ਪਹੁੰਚਦਾ। ਅੱਜ ਉਹ ਗੱਲ ਖਤਮ ਹੋ ਗਈ ਕਿਉਂਕਿ ਮੀਡੀਆ ਦਾ ਯੁੱਗ ਆ ਗਿਆ। ਅੱਜ ਆਪਾਂ ਜੇ ਹੁਣ ਜੇ ਆਪਣੀ ਵੀਡੀਓ ਨੂੰ 5-10 ਹਜ਼ਾਰ ਲੋਕ ਦੇਖਣਗੇ ਤਾਂ ਉਹ ਸਾਰੇ ਜਿਹੜੇ ਨੇ ਯਤਨ ਹੋ ਜਾਣਗੇ। ਤਾਂ ਅੱਜ ਨੌਲੇਜ ਦੀ ਕਮੀ ਨਹੀਂ ਹੈ, ਤੁਹਾਡੀ ਆਪਣੀ ਜਿਹਨੂੰ ਕਹਿੰਦੇ ਆ ਇਨੀਸ਼ੀਏਟਿਵ ਦੀ ਕਮੀ ਹੈ, ਕਿ ਤੁਸੀਂ ਨਹੀਂ ਕਰਨਾ ਚਾਹੁੰਦੇ, ਤੁਹਾਡੀ ਮਰਜ਼ੀ ਹੈ। ਲੇਕਿਨ ਜੇ ਤੁਸੀਂ ਕਰਨਾ ਚਾਹੋ ਤਾਂ ਤੁਹਾਡੇ ਕੋਲ ਗਿਆਨ ਦੀ ਕੋਈ ਕਮੀ ਨਹੀਂ ਹੈ। ਤਾਂ ਇਸ ਕਰਕੇ ਆਪਾਂ ਨੂੰ ਜਿਹੜਾ ਇਹਦਾ ਗਿਆਨ ਜਿਹੜਾ ਮੈਕਸਿਮਮ ਜਿਹੜਾ ਲੈਣਾ ਚਾਹੀਦਾ, ਕਿ ਆਪਣੇ ਢਾਂਚੇ ਨੂੰ ਕਿੱਦਾਂ ਮਜ਼ਬੂਤ ਰੱਖਣਾ। ਢਾਂਚੇ ਦੇ ਗੁਣ ਜਿਹੜੇ ਨੇ, ਹੱਡੀਆਂ ਦੀ ਮਜ਼ਬੂਤੀ, ਜੋੜਾਂ ਦੀ ਲਚਕ, ਪੱਠਿਆਂ ਦੀ ਤਾਕਤ ਤੇ ਸਟੈਮਿਨਾ, ਆਪਾਂ ਕਿਵੇਂ ਮਜ਼ਬੂਤ ਕਰਨਾ। ਜੇ ਆਪਾਂ ਉਹ ਗੁਰ ਸਿੱਖ ਲਈਏ ਤਾਂ ਮੈਂ ਸਮਝਦਾ ਕਿ ਸਿਹਤ ਦਾ 50% ਹਿੱਸਾ ਉਹਦੇ 'ਚ ਕਵਰ ਹੋ ਜਾਂਦਾ। ਅਤੇ ਜੇ ਬਾਕੀ 50% ਆਪਾਂ ਲਾ ਲਈਏ ਡਾਈਟ ਦਾ ਅਤੇ ਮੈਡੀਸਨਲ ਪਲਾਂਟਸ ਦਾ, ਤਾਂ ਸਾਰਾ ਹੀ ਹੋ ਗਿਆ। ਇੱਕ ਮਾਈਂਡ ਰਹਿ ਗਿਆ ਬਸ। ਮਾਈਂਡ ਮੈਨੇਜਮੈਂਟ ਜਿਹੜੀ ਆ ਉਹਦੀ ਗੱਲ, ਉਹਦੇ ਵਾਸਤੇ ਆਪਾਂ ਸਪੈਸ਼ਲ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਮਾਈਂਡ ਮੈਨੇਜਮੈਂਟ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜੇ ਅਤੇ ਪੰਜਵਾਂ, ਆਪਾਂ ਕੋਈ ਵੀ ਅਗਰ ਤੁਹਾਨੂੰ ਕੋਈ ਲੱਗਦਾ ਕਿ ਤੁਸੀਂ ਆਪ ਨਹੀਂ ਕਰ ਪਾ ਰਹੇ, ਤੁਹਾਨੂੰ ਕਿਸੇ ਐਕਸਪਰਟ ਦੀ ਲੋੜ ਹੈ, ਫਿਰ ਐਕਸਪਰਟ ਉਹ ਲਓ ਜਿਹੜਾ ਕੈਮੀਕਲ ਬੇਸਡ ਦਵਾਈਆਂ ਨਹੀਂ ਯੂਜ਼ ਕਰਦਾ। ਜਾਂ ਤਾਂ ਹੋਮਿਓਪੈਥੀ ਲੈ ਲਓ, ਜਾਂ ਕੋਈ ਨੈਚੁਰੋਪੈਥੀ ਲੈ ਲਓ, ਜਾਂ ਕੋਈ ਆਯੁਰਵੈਦਿਕ ਲੈ ਲਓ, ਐਕੂਪ੍ਰੈਸ਼ਰ ਲੈ ਲਓ, ਅਤੇ ਯੋਗਾ ਕਰਨਾ ਸਿੱਖ ਲਓ। ਅਤੇ ਲਾਸਟ ਦੇ ਜੇ ਤੁਹਾਨੂੰ ਉਲਝ ਗਏ ਹੋ ਅਤੇ ਤੁਹਾਨੂੰ ਲੱਗਦਾ ਕਿ ਕੋਈ ਥੋੜ੍ਹੇ ਜਿਹੇ ਟਾਈਮ ਲਈ ਤੁਹਾਨੂੰ ਕੈਮੀਕਲ ਦਵਾਈ ਖਾਣੀ ਵੀ ਜ਼ਰੂਰੀ ਹੈ, ਜਾਂ ਕਿਸੇ ਐਲੋਪੈਥਿਕ ਡਾਕਟਰ ਦੀ ਦਵਾਈ ਰਾਏ ਜ਼ਰੂਰ ਲੈਣੀ ਚਾਹੀਦੀ ਹੈ। ਚਾਹੇ ਦਵਾਈ ਨਾ ਵੀ ਖਾਣੀ ਹੋਵੇ ਐਲੋਪੈਥਿਕ ਡਾਕਟਰ ਦੀ, ਕੰਸਰਨ ਡਾਕਟਰ ਦੀ, ਆਰਥੋਪੈਡਿਕ ਡਾਕਟਰ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ, ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਮੈਨੂੰ ਐਗਜ਼ੈਕਟ ਪ੍ਰੋਬਲਮ ਕੀ ਹੈ ਅਤੇ ਕਿੰਨੀ ਹੈ ਉਹ। ਕੁਝ ਬਹੁਤ ਸਾਰੀਆਂ ਪ੍ਰੋਬਲਮ ਇਹੋ ਜਿਹੀਆਂ ਨੇ ਜਿਹਨਾਂ ਦੀ ਪ੍ਰੀਕਾਸ਼ਨ ਲੈਣੀ ਹੁੰਦੀਆਂ ਨੇ। ਫਾਰ ਐਗਜ਼ਾਮਪਲ, ਤੁਹਾਡੀ ਸਪਾਈਨ ਹੈ, ਇੱਕ ਲੋੜ ਤੋਂ ਵੱਧ ਅਗਰ ਉਹ ਖਰਾਬ ਹੈ ਤਾਂ ਫਿਰ ਕੁਛ ਚਿਰ ਰੈਸਟ ਕਰਨਾ ਬਹੁਤ ਜ਼ਰੂਰੀ ਹੁੰਦਾ। ਤਾਂ ਉਹ ਕੌਣ ਦੱਸੇਗਾ? ਉਹ ਸਪੈਸ਼ਲਿਸਟ ਦੱਸੇਗਾ, ਜਿਹੜਾ ਉਸ ਗੱਲ ਦਾ ਸਪੈਸ਼ਲਿਸਟ ਹੈ। ਸੋ ਸਪੈਸ਼ਲਿਸਟ ਦੀ ਕੈਮੀਕਲ ਦਵਾਈਆਂ ਖਾਣ ਦੀ ਰਾਏ ਮੰਨੋ ਚਾਹੇ ਨਾ ਮੰਨੋ। ਮੈਂ ਇਹੀ ਕਹੂੰਗਾ ਕਿ ਉਹਦੀ ਰਾਏ ਥੋੜ੍ਹਾ ਜਿਹਾ, ਜਿਹਨੂੰ ਕਹਿੰਦੇ ਆ, ਕੌਸ਼ਨ ਨਾਲ ਮੰਨੋ, ਸਾਵਧਾਨ ਰਹਿ ਕੇ, ਕਿ ਉਹ ਜਿਹੜੀਆਂ ਦਵਾਈਆਂ ਤੁਹਾਨੂੰ ਅਲਟੀਮੇਟਲੀ ਖਰਾਬ ਕਰਦੀਆਂ, ਜਿੱਦਾਂ ਪੇਨ ਕਿਲਰ ਨੇ। ਫਾਰ ਐਗਜ਼ਾਮਪਲ, ਆਰਥੋਪੈਡਿਕਸ ਵਾਲੇ ਬਹੁਤ ਪੇਨ ਕਿਲਰ ਦਿੰਦੇ ਆ। ਬਿਲਕੁਲ ਨਾ ਖਾਓ, ਮੈਂ ਬਿਲਕੁਲ ਇਸ ਹੱਕ 'ਚ ਨਹੀਂ ਹੈ ਕਿ ਤੁਸੀਂ ਪੇਨ ਕਿਲਰ ਖਾਓ। ਜੇ ਮਜਬੂਰੀ ਹੈ ਤਾਂ ਘੱਟ ਤੋਂ ਘੱਟ ਖਾਓ, ਅਤੇ ਘੱਟ ਤੋਂ ਘੱਟ ਸਮੇਂ ਲਈ ਖਾਓ। ਹਾਂ, ਉਹਨੂੰ ਅਸੀਂ ਲੋਕਲ ਮੈਨੇਜਮੈਂਟ ਕਹਿੰਦੇ ਹਾਂ। ਉਹਦਾ ਅਸੀਂ ਨਾਂ ਦਿੱਤਾ ਲੋਕਲ ਮੈਨੇਜਮੈਂਟ ਆਫ ਪੇਨਫੁਲ ਜੁਆਇੰਟਸ। ਲੋਕਲ ਮੈਨੇਜਮੈਂਟ 'ਚ ਕੀ ਕਰਦੇ ਹਾਂ ਅਸੀਂ? ਕੁਛ ਮਲਣ ਵਾਲੀਆਂ ਦਵਾਈਆਂ ਨੇ, ਮਲ ਲਓ, ਸੇਕਾ ਦੇ ਲਓ। ਸੇਕਾ ਦੋਨੋਂ ਕਿਸਮ ਦਾ, ਠੰਡਾ ਵੀ ਅਤੇ ਗਰਮ ਵੀ। ਜੇ ਠੰਡਾ ਵੀ ਵਧੀਆ, ਗਰਮ ਵੀ ਵਧੀਆ, ਔਰ ਸੱਟ ਲੱਗੀ ਹੋਵੇ ਤਾਂ ਪਹਿਲੇ 48 ਘੰਟੇ ਗਰਮ ਦੇਣਾ ਹੀ ਨਹੀਂ ਹੁੰਦਾ। ਇਹ ਗੱਲ ਖਾਸ ਖਿਆਲ ਰੱਖਣੀ ਹੈ ਕਿ ਜੇ ਤੁਹਾਨੂੰ ਚੋਟ ਲੱਗੀ ਹੈ ਕਿਸੇ ਥਾਂ 'ਤੇ, ਤਾਂ ਉੱਥੇ ਪਹਿਲੇ 48 ਘੰਟੇ ਤੱਕ ਗਰਮ ਸਿੱਕਾ ਨਹੀਂ ਦੇਣਾ, ਕਿਉਂਕਿ ਗਰਮ ਸਿੱਕੇ ਦੇ ਵਿੱਚ ਕੀ ਹੁੰਦਾ ਕਿ ਖੂਨ ਉੱਥੇ ਜ਼ਿਆਦਾ ਆ ਜਾਂਦਾ, ਅਤੇ ਉਹ ਖੂਨ ਉੱਥੇ ਨਿਕਲ ਰਿਹਾ ਹੁੰਦਾ, ਥੋੜ੍ਹਾ ਖੂਨ ਨਿਕਲ ਰਿਹਾ ਹੁੰਦਾ, ਤਾਂ ਹੋਰ ਨਿਕਲੇਗਾ। ਪੇਨ ਵੀ ਜ਼ਿਆਦਾ ਤਾਂ ਹੋ ਸਕਦਾ ਹੋ ਜਾਵੇ, ਲੇਕਿਨ ਖੂਨ ਉੱਥੇ ਵਗ ਰਿਹਾ ਹੁੰਦਾ। ਉਸ ਵੇਲੇ ਠੰਡਾ ਬਰਫ਼ ਦਾ ਸਿੱਕਾ ਦੇਣਾ, ਬਰਫ਼ ਲਾਉਣੀ ਹੈ, ਤਾਂ ਕਿ ਖੂਨ ਘੱਟ ਤੋਂ ਘੱਟ ਨਿਕਲੇ। ਤਾਂ ਅਤੇ ਵੈਸੇ ਵੀ ਅੱਜ ਕੱਲ੍ਹ ਤਾਂ ਕਹਿਣ ਲੱਗੇ ਕਿ ਜ਼ਰੂਰੀ ਨਹੀਂ ਗਰਮ ਸਿੱਕਾ ਦੇਣਾ, ਤੁਸੀਂ ਬਰਫ਼ ਵਾਲਾ ਸਿੱਕਾ ਦਿਓਗੇ, ਉਹ ਵੀ ਇਕੁਅਲੀ ਇਫੈਕਟਿਵ ਹੈ। ਰਾਦਰ ਜ਼ਿਆਦਾ, ਕੁਛ ਲੋਕ ਕਹਿੰਦੇ ਆ ਕਿ ਬਰਫ਼ ਵਾਲਾ ਸਿੱਕਾ ਜ਼ਿਆਦਾ ਇਫੈਕਟਿਵ ਹੈ। ਤਾਂ ਉਸ ਤੋਂ ਬਾਅਦ ਐਕਸਰਸਾਈਜ਼, ਉਸ ਜੋੜ ਦੀ ਐਕਸਰਸਾਈਜ਼। ਸੋ ਕੁਛ ਮਲਣ ਵਾਲੇ ਤੇਲ ਜਾਂ ਕਰੀਮਾਂ, ਜਾਂ ਕੁਛ ਕੋਈ ਸਪਰੇਜ਼ ਵੀ ਆ ਗਈਆਂ ਅੱਜ ਕੱਲ੍ਹ, ਪੈਚ ਆ ਗਏ ਆ। ਉਸ ਤੋਂ ਬਾਅਦ ਆ ਗਿਆ ਤੁਹਾਡਾ ਸੇਕਾ, ਗਰਮ ਜਾਂ ਠੰਡਾ ਸੇਕਾ, ਅਤੇ ਫਿਰ ਆ ਗਈ ਤੁਹਾਡੀ ਉਸ ਜੋੜ ਦੀ ਐਕਸਰਸਾਈਜ਼ ਆਪਾਂ ਦੱਸਿਆ ਵੀ ਤਿੰਨ ਸਟੇਜਸ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਨਾਰਮਲ ਮੂਵਮੈਂਟਸ, ਰੁਕਣ ਵਾਲੀ ਮੂਵਮੈਂਟ, ਅਤੇ ਇੱਕ ਲਾਸਟ ਵਾਲੀ ਸਟਰੈਚ ਕਰਕੇ ਰੁਕ ਜਾਣਾ, ਬਿਲਕੁਲ ਰੁਕ ਪੂਰਾ ਜ਼ੋਰ ਲਾ ਦੇਣਾ ਸਟਰੈਚ ਕਰਨ। ਇਹ ਤਾਂ ਉਹਦੇ ਨਾਲ ਵੰਡਰਫੁਲ ਰਿਜ਼ਲਟਸ ਆਉਣਗੇ ਤੁਹਾਨੂੰ। ਔਰ ਤੁਹਾਨੂੰ ਜਿਹੜੀਆਂ ਨੇ, ਨਾ ਤਾਂ ਸਟੀਰੋਇਡ ਖਾਣ ਦੀ ਲੋੜ ਪੈਗੀ, ਨਾ ਜਿਹੜੇ ਆ ਤੁਹਾਡੀ ਐਂਟੀ ਇਨਫਲੇਮੇਟਰੀ ਨੇ, ਬਹੁਤ ਗੰਦੀਆਂ ਦਵਾਈਆਂ ਨੇ, ਐਸੀਆਂ ਗੰਦੀਆਂ ਦਵਾਈਆਂ ਨੇ ਕਿ ਤੁਹਾਨੂੰ ਠੀਕ ਘੱਟ ਕਰਦੀਆਂ ਨੇ ਅਤੇ ਬਿਮਾਰ ਜ਼ਿਆਦਾ ਕਰਦੀਆਂ ਨੇ। ਅਤੇ ਨਾ ਬਹੁਤੇ ਪੇਨ ਕਿਲਰ ਖਾਣ ਦੀ ਲੋੜ ਪਏਗੀ, ਕਿਉਂਕਿ ਪੇਨ ਕਿਲਰ ਜਿਹੜੇ ਨੇ ਅਲਟੀਮੇਟਲੀ ਗੁਰਦੇ ਖਰਾਬ ਕਰਦੇ ਆ, ਲਿਵਰ ਖਰਾਬ ਕਰਦੇ ਆ। ਬਹੁਤ ਜਿਹੜੇ ਕੈਮੀਕਲ ਬੇਸਡ ਦਵਾਈਆਂ ਘੱਟ ਤੋਂ ਘੱਟ ਖਾਓ। ਜਦੋਂ ਮਜਬੂਰੀ ਹੋਵੇ ਤਾਂ ਬਹੁਤ ਥੋੜ੍ਹੇ ਸਮੇਂ ਲਈ, ਅਤੇ ਬਹੁਤ ਘੱਟ ਤੋਂ ਘੱਟ ਵੀ ਲਓ, ਜਿਹੜੇ ਬਹੁਤ ਤੇਜ਼ ਨਾ ਹੋਣ, ਅਤੇ ਥੋੜ੍ਹੇ ਸਮੇਂ ਲਈ ਲਓ। ਸੋ ਇਸ ਕਰਕੇ ਇਹ ਅਗਰ ਪ੍ਰਿੰਸੀਪਲ ਆਪਾਂ ਰੱਖਾਂਗੇ ਤਾਂ ਆਪਣਾ ਢਾਂਚਾ ਆਪਣਾ ਜਿਹੜਾ ਹੈ ਉਹ ਆਪਾਂ ਨੂੰ 100 ਸਾਲ ਤੋਂ ਉੱਪਰ ਤੱਕ ਪੂਰੀ ਵਧੀਆ ਸਾਥ ਦੇਊਗਾ।
ਸੋ ਇਹ ਆਪਾਂ ਨੇ ਇਹ ਦੱਸਤਾ ਵੀ ਇਲਾਜ ਕਿਸ ਤਰ੍ਹਾਂ ਹੋਣਾ, ਆਪਾਂ ਨੇ ਇਹ ਦੱਸਤਾ ਵੀ ਕਿਉਂ ਇਹ ਹੋ ਜਾਂਦਾ ਹੈਗਾ। ਪਰ ਇੱਕ ਚੀਜ਼ ਜਿਹੜੀ, ਜੇਕਰ ਮੰਨ ਲਓ ਵੀ ਇੱਕ ਬੰਦੇ ਦਾ ਢਾਂਚਾ ਖਰਾਬ ਹੋ ਰਿਹਾ, ਉਹ ਘਰੇ ਬੈਠਾ ਹੈ, ਡਾਕਟਰ ਕੋਲ ਨਹੀਂ ਗਿਆ, ਪਰ ਹਾਲੇ ਉਹਦਾ ਢਾਂਚਾ ਖਰਾਬ ਹੋਣਾ ਸ਼ੁਰੂ ਹੋ ਗਿਆ, ਪਰ ਉਹ ਧੱਕਾ ਕਰਦਾ ਚਲਾ ਜਾ ਰਿਹਾ, ਕਿਵੇਂ ਉਹਨੂੰ ਪਤਾ ਲੱਗੇ ਕੀ ਲੱਛਣ ਹੁੰਦੇ ਨੇ ਵੀ ਇਹਦੇ ਅੰਦਰ ਖਰਾਬੀਆਂ ਆਉਣੀਆਂ ਸ਼ੁਰੂ ਹੋ ਗਈਆਂ ਢਾਂਚੇ ਦੇ ਅੰਦਰ? ਕਿਵੇਂ ਉਹਨੂੰ ਪਤਾ ਲੱਗੇਗਾ ਵੀ ਇਹ ਢਾਂਚਾ ਜਿਹੜਾ ਹੁਣ ਉਹ ਖਰਾਬ ਹੋ ਰਿਹਾ, ਤਾਂ ਕਿ ਉਸ ਤੋਂ ਪਹਿਲਾਂ ਹੀ ਵਰਸਟ ਕੰਡੀਸ਼ਨ 'ਚ ਪਹੁੰਚਣ ਤੋਂ ਪਹਿਲਾਂ ਹੀ ਉਸ ਤੋਂ ਸਾਵਧਾਨ ਹੋ ਕੇ ਉਸ ਦਾ ਇਲਾਜ ਸ਼ੁਰੂ ਕਰੇ? ਉਹਦੇ 'ਚ ਉਹੀ ਹੈ, ਇੱਕ ਤਾਂ ਦਰਦ ਤੋਂ ਥੋੜ੍ਹੀ ਜਿਹੀ ਹਲਕੀ ਜਿਹੀ ਸਥਿਤੀ ਹੋ ਸਕਦੀ ਹੈ, ਡਿਸਕੰਫਰਟ, ਦਰਦ ਨਹੀਂ ਐਗਜ਼ੈਕਟਲੀ, ਲੇਕਿਨ ਮੈਂ ਜਦੋਂ ਮੂਵ ਕਰਦਾ ਤਾਂ ਮੈਂ ਸਹਿਜ ਸੁਭਾਅ ਮੂਵ ਨਹੀਂ ਕਰ ਸਕਦਾ, ਮੈਨੂੰ ਥੋੜ੍ਹਾ ਜਿਹਾ ਉੱਥੇ ਡਿਸਕੰਫਰਟ ਜਿਹਾ ਹੁੰਦਾ। ਉਸ ਤੋਂ ਅਗਲੀ ਸਟੇਜ ਹੋ ਗਈ ਦਰਦ, ਉਸ ਤੋਂ ਅਗਲੀ ਸਟੇਜ ਹੋ ਗਈ ਕਿ ਪੂਰਾ ਮੂਵ ਨਹੀਂ ਕਰ ਪਾ ਰਹੇ ਤੁਸੀਂ, ਜਿਹਨੂੰ ਕਹਿੰਦੇ ਆ ਕਿ ਤੁਹਾਡੀ ਜਿਹੜੀ ਮੋਬਿਲਿਟੀ ਆ ਉਸ ਜੁਆਇੰਟ ਦੀ ਉਹ ਘਟ ਗਈ। ਕੁਦਰਤ ਕੀ ਕਰਦੀ ਹੈ? ਕੁਦਰਤ ਬੜਾ ਵੰਡਰਫੁਲ ਫੈਨੋਮੀਨਾ। ਕੁਦਰਤ ਤੁਹਾਨੂੰ ਰੈਸਟ ਦੇਣ ਲਈ ਉਸ ਪਾਰਟ ਨੂੰ ਦੇ ਪੱਠਿਆਂ ਨੂੰ ਟਾਈਟ ਕਰ ਦਿੰਦੀ ਹੈ ਤਾਂ ਕਿ ਤੁਸੀਂ ਉਹਨੂੰ ਮੂਵ ਨਾ ਕਰੋ, ਇੰਨਾ ਮੂਵ ਨਾ ਕਰ ਲਓ। ਮੰਨ ਲਓ ਮੇਰਾ ਕੋਈ ਲਿਗਾਮੈਂਟ ਸਟ੍ਰੈਚ ਹੋ ਗਿਆ, ਹੁਣ ਜੇ ਮੈਂ ਉਸ ਲਿਗਾਮੈਂਟ ਨੂੰ ਦੁਬਾਰਾ ਸਟ੍ਰੈਚ ਕਰਤਾ ਤਾਂ ਹੋਰ ਖਰਾਬ ਹੋ ਜਾਏਗਾ। ਤਾਂ ਕੁਦਰਤ ਉਹਦੇ ਆਲੇ ਦੁਆਲੇ ਦੇ ਪੱਠੇ ਨੂੰ ਉਹਨੂੰ ਸਪਾਜ਼ਮ ਕਰ ਦਿੰਦੀ ਹੈ, ਉਹਨੂੰ ਸਪਾਜ਼ਮ ਕਹਿੰਦੇ ਆ, ਟਾਈਟ ਕਰ ਦਿੰਦੀ, ਤਾਂ ਕਿ ਤੁਸੀਂ ਉਹ ਪਾਰਟ ਨੂੰ ਇੱਕ ਸੀਮਤ ਹੀ ਲਾਓ। ਅਸੀਂ ਕਰਦੇ ਮਸਲ ਰਿਲੈਕਸੇਸ਼ਨ ਦੇ ਦਿੰਦੇ ਆ ਡਾਕਟਰ। ਮਤਲਬ ਮੈਂ ਪਰਸਨਲੀ ਮਸਲ ਰਿਲੈਕਸੇਸ਼ਨ ਦੇ ਬਹੁਤ ਹੀ ਖਿਲਾਫ ਹਾਂ, ਕਿਉਂਕਿ ਮਸਲ ਰਿਲੈਕਸੇਸ਼ਨ ਬਿਲਕੁਲ ਐਂਟੀ ਨੇਚਰ ਹੈ। ਕੁਦਰਤ ਨੇ ਮਸਲ ਸਪਾਜ਼ਮ ਕੀਤਾ ਤੁਹਾਨੂੰ ਰੈਸਟ ਦੇਣ ਲਈ, ਤੁਹਾਨੂੰ ਰੈਸਟ ਤਾਂ ਕਿ ਤੁਸੀਂ ਉਸ ਜੋੜ ਨੂੰ ਉਸ ਤੋਂ ਅੱਗੇ ਨਾ ਮੂਵ ਕਰੋ। ਜਿੰਨਾ ਕੋ ਉਹ ਕੁਦਰਤ ਮੈਂ ਕਹਿ ਰਹੀ ਹੈ ਕਿ ਇਹਦੋਂ ਅੱਗੇ ਕਰੋਗੇ ਤਾਂ ਹੋਰ ਫਰਦਰ ਇੰਜਰੀ ਹੋ ਜਾਏਗੀ, ਤਾਂ ਤੁਸੀਂ ਉਹਨੂੰ ਮਸਲ ਰਿਲੈਕਸੇਸ਼ਨ ਦੇ ਦਿੱਤਾ ਚੱਕ ਕੇ। ਮਸਲ ਰਿਲੈਕਸੇਸ਼ਨ ਲਈ ਕੀਤਾ, ਤੁਸੀਂ ਸਾਰੀ ਬਾਡੀ ਦੇ ਮਸਲ ਰਿਲੈਕਸ ਕਰਤੇ। ਕੁਦਰਤ ਨੇ ਤਾਂ ਉਸੇ ਜਿਹੜੇ ਜੋੜ ਦੀ ਸਮੱਸਿਆ ਸੀ, ਕੁਦਰਤ ਨੇ ਸਪਾਜ਼ਮ ਸਿਰਫ ਉਸ ਜੋੜ ਦਾ ਕੀਤਾ। ਕੁਦਰਤ ਨੂੰ ਅਕਲ ਹੈਗੀ ਆ ਕਿ ਉਹਨੇ ਸਪਾਜ਼ਮ ਸਾਰੀ ਬਾਡੀ ਦਾ ਨਹੀਂ ਕੀਤਾ, ਉਹਨੇ ਇਕੱਲੇ ਉਸ ਜੋੜ ਦਾ ਕਰਤਾ। ਤੁਸੀਂ ਜਿਹੜੀ MR ਦੇ ਰਹੇ ਹੋ, ਤੁਹਾਨੂੰ ਅਕਲ ਹੈ ਨਹੀਂ, ਤੁਸੀਂ ਸਾਰੀ ਬਾਡੀ ਦੇ ਮਸਲ ਰਿਲੈਕਸ ਕਰਤੇ। ਹਾਂ, ਸਪਰੇਅ ਵਾਲੀ ਗੱਲ ਠੀਕ ਹੈ, ਕਿਉਂਕਿ ਲੋਕਲ ਹੋਇਆ ਨਾ, ਉਹਦਾ ਪੇਨ ਕਿਲਰ ਹੈ। ਸਪਰੇਅ ਮਸਲ ਰਿਲੈਕਸੈਂਟ ਵਾਲੇ ਕੰਨੀ ਹੈਗੇ, ਮਸਲ ਰਿਲੈਕਸੈਂਟ ਦੀਆਂ ਗੋਲੀਆਂ ਨੇ ਬਹੁਤੀਆਂ। ਮਸਲ ਰਿਲੈਕਸੈਂਟ ਖਾਣ ਨਾਲ ਕੀ ਹੋਏਗਾ ਕਿ ਤੁਹਾਡੇ ਪੱਠੇ ਢਿੱਲੇ ਜਿਹੇ ਹੋ ਜਾਣਗੇ, ਢਿੱਲੜ ਜਿਹੇ ਹੋ ਜਾਣਗੇ, ਤੁਸੀਂ ਕੰਮ ਹੀ ਨਹੀਂ ਕਰ ਸਕੋਗੇ। ਤੁਸੀਂ ਨਾਰਮਲ ਕੰਮ ਕਰੋਗੇ ਤਾਂ ਤੁਸੀਂ ਤੁਰੋਗੇ, ਤੁਹਾਨੂੰ ਇਹ ਲੱਗੂਗਾ ਵੀ ਤੁਹਾਡੇ ਪੱਠੇ ਸਾਥ ਨਹੀਂ ਦੇ ਰਹੇ। ਇਸ ਕਰਕੇ ਆਪਾਂ ਜਿਹੜਾ ਮਸਲ ਰਿਲੈਕਸੈਂਟ ਜਿਹੜੇ ਨੇ ਉਹ ਬਹੁਤ ਹੀ ਅਨਨੈਚੁਰਲ ਨੇ। ਮਸਲ ਰਿਲੈਕਸੈਂਟ ਬਿਲਕੁਲ ਅਵੋਇਡ ਕਰਨੇ ਚਾਹੀਦੇ ਆ, ਔਰ ਕੁਦਰਤ ਦੀ ਭਾਸ਼ਾ ਨੂੰ ਸੁਣਨਾ ਚਾਹੀਦਾ ਕਿ ਕੁਦਰਤ ਨੇ ਉੱਥੇ ਉਸ ਥਾਂ 'ਤੇ ਸਪਾਜ਼ਮ ਕੀਤਾ ਤਾਂ ਉਹ ਮੈਨੂੰ ਬਚਾਉਣ ਲਈ ਕੀਤਾ, ਤਾਂ ਕਿ ਮੈਂ ਉਹਨੂੰ ਮੂਵ ਨਾ ਕਰਾਂ ਅਤੇ ਕੁਛ ਦਿਨ ਰੈਸਟ ਰਵੇ। ਫਿਰ ਹੌਲੀ ਹੌਲੀ ਕੁਦਰਤ ਕੀ ਕਰਦੀ ਹੈ, ਉਹਨੂੰ ਸਪਾਜ਼ਮ ਨੂੰ ਘਟਾਉਂਦੀ ਚਲੀ ਜਾਂਦੀ ਹੈ। ਜਿਵੇਂ ਹੀਲ ਹੋਈ ਜਾਂਦਾ ਉਹ ਪਾਰਟ, ਉਵੇਂ ਘਟਾਉਂਦੀ ਤੁਰੀ ਜਾਂਦੀ ਹੈ, ਤਾਂ 5-10 ਦਿਨਾਂ ਬਾਅਦ ਤੁਸੀਂ ਠੀਕ ਹੋ ਜਾਓਗੇ। ਜਿਹੜੀ ਦੂਜੀ ਗੱਲ ਆਪਾਂ ਜਿਹੜੀ ਇੱਕ ਗੱਲ ਬਹੁਤ ਜ਼ਰੂਰੀ ਹੈ ਸਰੋਤਿਆਂ ਨੂੰ ਦੱਸਣੀ, ਕਿ ਅਨਨੈਸੈਸਰੀ ਰੈਸਟ ਬਹੁਤ ਦਿੰਦੇ ਆ ਆਰਥੋਪੈਡਿਕਸ ਵਾਲੇ। ਬੈੱਡ ਰੈਸਟ, ਟੋਟਲੀ ਪਰਸਨਲੀ ਮੈਂ ਬੈੱਡ ਰੈਸਟ ਦੇ ਬਹੁਤ ਜ਼ਿਆਦਾ ਖਿਲਾਫ ਹਾਂ, ਕਿ ਕੋਈ ਬੈੱਡ ਰੈਸਟ ਉਦੋਂ ਹੀ ਕਰਨਾ ਚਾਹੀਦਾ ਜਦੋਂ ਰੀਅਲੀ ਨੀਡਡ ਹੋਵੇ, ਔਰ ਘੱਟ ਤੋਂ ਘੱਟ ਕਰਨਾ ਚਾਹੀਦਾ। ਔਰ ਬੈੱਡ ਰੈਸਟ ਵੀ ਤੁਸੀਂ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਕਿਹੜੇ ਪਾਰਟ ਦਾ ਰੈਸਟ ਕਰ ਰਿਹਾ। ਜੇ ਮੈਂ ਸਪਾਈਨ ਦਾ ਰੈਸਟ ਕਰ ਰਿਹਾ ਤਾਂ ਮਤਲਬ ਜਿਹੜੀ ਮੈਂ ਹੱਥ ਵੀ ਨਾ ਮੂਵ ਕਰਾਂ, ਬਿਮਾਰਾਂ ਵਾਂਗੂ ਪੰਗਾਂ ਵਾਂਗੂ ਪਿਆ ਰਹਾਂ ਸਾਰਾ ਦਿਨ। ਸਪੋਜ਼ ਮੇਰੀ ਸਪਾਈਨ ਖਰਾਬ ਹੈ, ਮੈਨੂੰ ਡਾਕਟਰ ਨੇ ਕਹਿੰਦਾ ਬੈੱਡ ਰੈਸਟ ਕਰਨਾ, ਤਾਂ ਮੈਂ ਆਪਣੀ ਲੱਤਾਂ ਤਾਂ ਮੂਵ ਕਰਾਂ, ਜਿਹਦੀ ਸਪਾਈਨ ਹੱਥ ਤਾਂ ਮੂਵ ਕਰਾਂ, ਗਰਦਨ ਤਾਂ ਮੂਵ ਕਰਾਂ। ਤਾਂ ਇਹ ਖਿਆਲ ਰੱਖਣਾ ਚਾਹੀਦਾ ਕਿ ਰੈਸਟ ਆਪਣੇ ਆਪ 'ਚ ਹੀ ਬਿਮਾਰੀ ਹੈ। ਇੱਕ ਜਿਹੜਾ ਰੈਸਟ ਅਸੀਂ ਨੈਚੁਰਲ ਕਰਦੇ ਹਾਂ ਉਹਦੀ ਨਹੀਂ ਮੈਂ ਗੱਲ ਕਰ ਰਿਹਾ, 6 ਘੰਟੇ 7 ਘੰਟੇ 8 ਘੰਟੇ, ਲੇਕਿਨ ਬੈੱਡ 'ਚ ਪੈ ਰਹਿਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਪੱਠਿਆਂ ਨੂੰ ਅਤੇ ਆਪਣੇ ਜੋੜਾਂ ਨੂੰ ਸਟਿਫ ਕਰ ਰਹੇ ਹੋ, ਹੱਡੀਆਂ ਨੂੰ ਕਮਜ਼ੋਰ ਕਰ ਰਹੇ ਹੋ ਅਤੇ ਪੱਠਿਆਂ ਨੂੰ ਕਮਜ਼ੋਰ ਕਰ ਰਹੇ ਹੋ। ਜੇ ਤੁਸੀਂ ਹਫ਼ਤਾ ਰੈਸਟ ਕਰ ਲਿਆ, ਹਫ਼ਤੇ ਬਾਅਦ ਜਦੋਂ ਉੱਠ ਕੇ ਤੁਰੋਗੇ ਤਾਂ ਤੁਹਾਡੇ 40% ਜਿਹੜੇ ਸਾਰਾ ਕੁਝ ਜਿਹੜਾ ਉਹ ਵਿਗੜ ਚੁੱਕਿਆ ਹੋਏਗਾ। ਹੱਡੀਆਂ ਕਮਜ਼ੋਰ ਹੋ ਚੁੱਕੀਆਂ ਹੋਣਗੀਆਂ, ਤੁਹਾਡੇ ਜਿਹੜੇ ਜੋੜ ਨੇ ਸਟਿਫ ਹੋ ਚੁੱਕੇ ਹੋਣਗੇ, ਤੁਹਾਡੇ ਪੱਠੇ ਜਿਹੜੇ ਨੇ ਉਹ ਤਾਕਤ ਛੱਡ ਚੁੱਕੇ ਹੋਣਗੇ। ਮਤਲਬ ਇੱਕ ਹਫ਼ਤੇ 'ਚ 40% ਉੱਡ ਜਾਂਦੇ ਆ। ਸੋ ਇਸ ਕਰਕੇ ਇਸ ਗੱਲ ਤੋਂ ਸਾਵਧਾਨ ਰਹਿਣਾ ਚਾਹੀਦਾ ਕਿ ਜਦੋਂ ਰੈਸਟ ਕਰਨਾ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਮੈਨੂੰ ਰੈਸਟ ਡਾਕਟਰ ਕਿਹੜੇ ਕੰਮ ਲਈ ਕਹਿ ਰਿਹਾ, ਮੇਰੇ ਕਿਹੜੇ ਪਾਰਟ ਦੀ ਰੈਸਟ ਕਹਿ ਰਿਹਾ, ਉਸ ਪਾਰਟ ਨੂੰ ਛੱਡ ਦਿਓ, ਬਾਕੀ ਵਾਲੇ ਸਾਰਾ ਮੂਵ ਕਰੋ ਹਲਕਾ ਹਲਕਾ। ਪਏ ਵੀ ਅੱਜ ਐਕਸਰਸਾਈਜ਼ ਦੀ ਸਾਇੰਸ ਇੰਨੀ ਜ਼ਿਆਦਾ ਡਿਵੈਲਪ ਕਰ ਚੁੱਕੀ ਹੈ ਕਿ ਤੁਸੀਂ ਪਏ ਬੰਦੇ ਦਾ ਪਸੀਨਾ ਕੱਢ ਸਕਦੇ ਹੋ ਐਕਸਰਸਾਈਜ਼ ਕਰਾ ਕੇ। ਲੇਟੇ ਪਏ ਬੰਦੇ ਦਾ ਮਤਲਬ ਮੈਂ ਲੇਟ ਕੇ ਬੰਦੇ ਦਾ ਪਸੀਨੋ ਪਸੀਨ ਕਰ ਸਕਦਾ ਬੰਦੇ ਨੂੰ, ਇੰਨੀ ਜ਼ਿਆਦਾ ਵਧੀਆ ਐਕਸਰਸਾਈਜ਼ ਆ ਗਈ। ਤੇ ਇਸ ਕਰਕੇ ਐਕਸਰਸਾਈਜ਼ ਨੂੰ ਇੱਦਾਂ ਨਹੀਂ ਸਮਝਣਾ ਚਾਹੀਦਾ ਕਿ ਐਕਸਰਸਾਈਜ਼ ਦਾ ਮਤਲਬ ਇਕੱਲਾ ਤੁਰਨਾ ਜਾਂ ਦੌੜਨਾ ਜਾਂ ਸਾਈਕਲ ਚਲਾਉਣਾ। ਐਕਸਰਸਾਈਜ਼ ਅੱਜ ਕੱਲ੍ਹ ਇੰਨੀਆਂ ਵਧੀਆ ਆ ਗਈਆਂ ਨੇ ਕਿ ਜੇ ਤੁਸੀਂ ਬੈੱਡ 'ਤੇ ਪੈ ਵੀ ਗਿਆ ਕਿਸੇ ਕਾਰਨ ਕਰਕੇ ਨਹੀਂ ਉੱਠ ਪਾ ਰਹੇ, ਐਕਸੈਪਟ ਫਾਰ ਫੀਵਰ, ਅਕਿਊਟ ਇਲਨੈਸ ਨੂੰ ਛੱਡ ਕੇ, ਅਕਿਊਟ ਇਲਨੈਸ 1-2 ਦਿਨ ਦੀ ਹੁੰਦੀ ਹੈ, ਉਹਨੂੰ ਛੱਡ ਕੇ
ਟੋਟਲ ਮੂਵਮੈਂਟ ਅਵੋਇਡ ਕਰਨੀ ਬਾਡੀ ਦੀ, ਆਪਣੇ ਆਪ ਨੂੰ ਨੁਕਸਾਨ ਕਰਨਾ ਹੈ। ਸਿਰਫ ਸਪੈਸੀਫਿਕ ਅੰਗ ਦੀ ਕੋਈ ਅਗਰ ਸਪੋਜ਼ ਥੋੜਾ ਜੋੜ ਗੋਡਾ ਸਪਰੇਨ ਕਰ ਗਿਆ, ਗੋਡੇ ਦੀ ਤੁਸੀਂ ਰੈਸਟ ਕਰਨੀ ਹੈ ਤਾਂ ਗੋਡੇ ਦੇ ਡਾਕਟਰ ਨੂੰ ਕਹੋ ਵੀ ਜੋ ਪੱਟੀ ਬੰਨ੍ਹਣੀ ਬੰਨ੍ਹ ਦੇ, ਮੈਂ ਰੈਸਟ ਰੂਸਟ ਨਹੀਂ ਕਰਨੀ, ਇਹਨੂੰ ਇਮੋਬਿਲਾਈਜ਼ ਕਰ ਲੈ ਜਿੱਦਾਂ ਕਰਨਾ, ਬਾਕੀ ਹਿੱਸੇ ਜਿਹੜੇ ਨੇ ਉਹ ਮੂਵ ਕਰਦੇ ਰਹਿਣ। ਸੋ ਇਸ ਕਰਕੇ ਜਿਹੜੀ ਬੈੱਡ ਰੈਸਟ ਬਿਨਾਂ ਮਤਲਬ ਦੀ ਕਰਨੀ ਸਾਰੀ ਬਾਡੀ ਦੀ ਬਹੁਤ ਹੀ ਖਤਰਨਾਕ ਹੁੰਦੀ ਹੈ। ਔਰ ਰੈਸਟ ਨੂੰ ਬਹੁਤ ਹੀ ਕੌਸ਼ਨ ਨਾਲ, ਜਦੋਂ ਤੁਹਾਨੂੰ ਕਿਸੇ ਡਾਕਟਰ ਨੇ ਆਰਥੋਪੈਡਿਕਸ ਵਾਲੇ ਨੇ ਕਹਿਤਾ ਵੀ ਰੈਸਟ ਕਰ, ਤਾਂ ਬਹੁਤ ਸਾਵਧਾਨੀ ਨਾਲ ਉਹਦੀ ਗੱਲ ਸੁਣੋ ਅਤੇ ਸਮਝੋ ਕਿ ਉਹ ਕਿਹੜੇ ਪਾਰਟ ਦੀ ਰੈਸਟ ਕਰਵਾਉਣਾ ਚਾਹ ਰਿਹਾ, ਉਸ ਪਾਰਟ ਨੂੰ ਛੱਡ ਦਿਓ, ਬਾਕੀ ਪਾਰਟ ਨੂੰ ਮੂਵ ਕਰਦੇ ਰਹੋ। ਡਾਕਟਰ ਸਾਹਿਬ ਇਹ ਦੱਸੋ ਕਿ ਦੱਬਣਾ, ਘੁੱਟਣਾ ਅਤੇ ਮਾਲਿਸ਼, ਕੀ ਇਹ ਵੀ ਇੱਕ ਪਾਰਟ ਹੈਗਾ ਸਕੈਲਟਨ ਨੂੰ, ਬੰਦੇ ਦੇ ਢਾਂਚੇ ਨੂੰ ਠੀਕ ਕਰਨ ਦਾ? ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਜਿਹੜਾ ਸੀ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਮੇਰੇ ਪੈਰ ਘੁੱਟਦੇ, ਮੇਰਾ ਸਿਰ ਘੁੱਟਦੇ, ਮੇਰੀਆਂ ਬਾਹਾਂ ਘੁੱਟਦੇ, ਲੱਤਾਂ ਹਾੜਦੇ, ਇੱਕ ਤਾਂ ਇਹਦੇ ਤੱਕ ਟ੍ਰੀਟਮੈਂਟ ਤਾਂ ਕਰਦਾ ਹੀ ਕਰਦਾ ਹੈ, ਬਹੁਤ ਵਧੀਆ। ਹੁਣ ਤਾਂ ਖੈਰ ਮਸ਼ੀਨਾਂ ਡਿਵੈਲਪ ਹੋ ਗਈਆਂ ਇਹੀ ਕੰਮ ਕਰਨ ਲਈ, ਮਸਾਜ ਕਰਨ ਵਾਲੀ ਮਸ਼ੀਨਾਂ ਡਿਵੈਲਪ ਹੋ ਗਈਆਂ। ਲੇਕਿਨ ਉਸ ਵੇਲੇ ਜਿਹੜਾ ਸੀਗਾ ਇਹਦਾ ਰੋਲ ਸੀਗਾ ਬਹੁਤ ਹੀ ਡੂੰਘਾ ਸੀਗਾ ਕਿ ਜਦੋਂ ਕੋਈ ਪਿਆਰ ਨਾਲ ਤੁਹਾਡੇ ਪੈਰ ਦੱਬ ਰਿਹਾ, ਤੁਹਾਡਾ ਕੋਈ ਪਿਆਰਾ, ਤੁਹਾਡਾ ਬੱਚਾ, ਤੁਹਾਡੀ ਭੈਣ ਭਰਾ, ਤੁਹਾਡੀ ਕੋਈ ਹਸਬੈਂਡ ਵਾਈਫ, ਤਾਂ ਉਹ ਜਿਹੜੀ ਸੀਗੀ ਉਹ ਸਾਈਕੋਲੋਜੀਕਲੀ ਵੀ ਬਹੁਤ ਜ਼ਿਆਦਾ ਤੁਹਾਨੂੰ ਸੂਦਿੰਗ ਲੱਗਦਾ ਸੀਗਾ ਕਿ ਉਹ ਕੰਸਰਨ ਸ਼ੋ ਕਰਦਾ ਸੀਗਾ ਤੁਹਾਡਾ। ਸੋ ਉਹ ਜਿਹੜਾ ਉਸ ਵੇਲੇ ਦਾ ਜਿਹੜਾ ਦੱਬਣਾ ਘੁੱਟਣਾ ਸੀਗਾ ਜਾਂ ਮਾਲਿਸ਼ ਸੀਗੀ, ਉਹ ਬਹੁਤ ਡੀਪ ਸੀਗਾ, ਤਾਂ ਉਹਦੇ 'ਚ ਡੀਪ ਸਾਈਕੋਲੋਜੀਕਲ ਸੀਗਾ। ਸਾਈਕੋਲੋਜੀਕਲੀ ਨਹੀਂ, ਉਸ ਤੋਂ ਵੀ ਅੱਗੇ ਅੱਜ ਕੱਲ੍ਹ ਹੁਣ ਰੀਕੀ ਦੀਆਂ ਗੱਲਾਂ ਹੋਣ ਲੱਗੀਆਂ ਨੇ। ਤਾਂ ਜਿਹੜਾ ਤੁਹਾਡਾ ਕੋਈ ਪ੍ਰੇਮ ਕਰਨ ਵਾਲਾ, ਤੁਹਾਨੂੰ ਪਿਆਰ ਕਰਨ ਵਾਲਾ ਬੰਦਾ ਤੁਹਾਨੂੰ ਜਦੋਂ ਕੁੱਟ ਰਿਹਾ ਤਾਂ ਨਾਲ ਤੁਹਾਨੂੰ ਉਹ ਪਿਆਰ ਵੀ ਦੇ ਰਿਹਾ, ਉਹ ਤੁਹਾਡੇ ਲਈ ਪ੍ਰੇ ਵੀ ਕਰ ਰਿਹਾ, ਤੁਹਾਨੂੰ ਕੋਸ਼ਿਸ਼ ਕਰ ਰਿਹਾ, ਉਹਦੀ ਜਿਹੜੀ ਬਾਡੀ ਦੀ ਸਾਰੀ એનર્ਜੀ ਹੈ ਤੁਹਾਡੇ 'ਚ ਟਰਾਂਸਮਿਟ ਹੋ ਰਹੀ ਹੈ, ਇੱਕ ਦੂਜੇ ਦਾ ਪ੍ਰੇਮ ਪਿਆਰ ਵੀ ਵੱਧ ਰਿਹਾ। ਹਾਂ, ਸੋ ਉਹ ਬੜਾ ਗਹਿਰਾ ਸੀਗਾ ਅਤੇ ਬਹੁਤ ਵਧੀਆ ਸੀਗਾ, ਅਤੇ ਹੁਣ ਵੀ ਉਹਨੂੰ ਜਾਰੀ ਰੱਖਣਾ ਚਾਹੀਦਾ ਕਿ ਜਦੋਂ ਕਿਸੇ ਦਾ, ਤੁਹਾਡੇ ਦਾ ਕੋਈ ਮਿੱਤਰ ਪਿਆਰੇ ਦਾ, ਜਿਹਨੂੰ ਤੁਸੀਂ, ਤੁਹਾਡੇ ਲਵਡ ਵਨਸ ਦਾ ਕੁਝ ਦੁਖਦਾ ਹੋਵੇ ਤਾਂ ਉਹਨੂੰ ਪਿਆਰ ਨਾਲ ਘੁੱਟਣਾ, ਦੱਬਣਾ, ਸਹਿਲਾਉਣਾ, ਮਾਲਿਸ਼ ਕਰਨਾ, ਇਹ ਜਿਹੜਾ ਉਹ ਬਹੁਤ ਵਧੀਆ ਹਿਊਮਨ ਟੱਚ ਦਾ ਜਿਹੜਾ ਆਪਣਾ ਰੋਲ ਹੈ ਉਹ ਵੀ ਹੈ। ਆਫਕੋਰਸ ਮਸ਼ੀਨਾਂ ਵੀ ਆ ਗਈਆਂ ਹੁਣ ਤਾਂ, ਮਸਾਜਰ ਮਸ਼ੀਨਾਂ ਆ ਗਈਆਂ ਨੇ, ਗਰਦਨ ਦੇ ਮਸਾਜ ਕਰਨ ਵਾਲੀ ਮਸ਼ੀਨ ਅਲੱਗ ਆ ਗਈ ਹੈ, ਪਿੱਠ ਵਾਲੀ ਅਲੱਗ ਆ ਗਈ ਹੈ, ਲੱਤਾਂ ਵਾਲੀ ਅਲੱਗ ਆ ਗਈ ਹੈ, ਉਹਨਾਂ ਦੀ ਹੈਲਪ ਵੀ ਲੈਣੀ ਚਾਹੀਦੀ ਹੈ, ਉਹ ਵੀ ਅੱਛੀਆਂ ਨੇ। ਇਹਦੇ ਵੀ ਮਸ਼ੀਨਾਂ ਕੋ ਮਾੜੀਆਂ ਨੇ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਬਿਜ਼ੀ ਲਾਈਫ ਹੈ, ਕਈ ਵਾਰੀ ਨਹੀਂ ਤੁਹਾਨੂੰ ਘਰ ਦੇ ਜਿਹੜੇ ਨੇ ਉਹ ਨਾ ਟਾਈਮ ਦੇ ਸਕਦੇ, ਤਾਂ ਫਿਰ ਮਸ਼ੀਨ ਦੀ ਹੈਲਪ ਵੀ ਲਈ ਜਾ ਸਕਦੀ ਹੈ। ਉਹਨਾਂ ਦਾ ਆਪਣਾ ਰੋਲ ਹੈ, ਜਿਹੜਾ ਉਹਨੂੰ ਮਸਲ ਨੂੰ ਰਿਲੈਕਸ ਕਰਨ 'ਚ, ਐਕੂਪ੍ਰੈਸ਼ਰ ਦੇਣ 'ਚ। ਸੋ ਬਹੁਤ ਮੇਰੇ ਕੋਲ ਹੈਗੀ ਮਸ਼ੀਨ ਲੱਤਾਂ ਘੁੱਟਣ ਵਾਲੀ, ਬਹੁਤ ਅੱਛਾ ਲੱਗਦਾ ਹੈ। ਉਹਦੇ 'ਚ 10 ਮਿੰਟ 15 ਮਿੰਟ ਜਦੋਂ ਲੱਤਾਂ ਘੁੱਟਦੀ ਹੈ ਤਾਂ ਤੁਹਾਨੂੰ ਇੱਕ ਵਾਰੀ ਰਿਲੈਕਸ। ਬਾਕੀ ਜਿਹੜੀ ਕਿਹੜਾ ਟੈਕਨੀਕ ਤੁਹਾਨੂੰ ਫਾਇਦਾ ਕਰ ਰਿਹਾ ਜਾਂ ਨਹੀਂ ਕਰ ਰਿਹਾ, ਉਹ ਆਪਣੀ ਬਾਡੀ ਨੂੰ ਪੁੱਛੋ। ਜੇ ਤੁਸੀਂ ਬਹੁਤ ਵਾਚਫੁਲ ਹੋਵੋਗੇ, ਬਹੁਤ ਅਟੈਂਟਿਵ ਹੋਵੋਗੇ, ਜਿਹਨੂੰ ਕਹਿੰਦੇ ਆ ਧਿਆਨ ਨਾਲ ਦੇਖੋਗੇ, ਆਪਣੀ ਬਾਡੀ ਦੇ ਮੈਸੇਜ ਰਿਸੀਵ ਕਰੋਗੇ, ਤਾਂ ਉਹ ਤੁਹਾਨੂੰ ਆਪਣੇ ਮੈਸੇਜ ਆ ਜਾਏਗਾ। ਜਦੋਂ ਕੋਈ ਤਰੀਕਾ ਅਡੋਪਟ ਕੀਤਾ ਤਾਂ ਤੁਹਾਨੂੰ ਅੰਦਰੋਂ ਮੈਸੇਜ ਆਏਗਾ ਵੀ ਹਾਂ ਮੈਂ ਬੈਟਰ ਅੱਛਾ ਲੱਗ ਰਿਹਾ। ਫੀਲ ਗੁੱਡ ਜਿਹੜਾ ਹੁੰਦਾ ਹੈ, ਫੀਲ ਗੁੱਡ ਦੀ ਜਿਹੜੀ ਵੀ ਚੀਜ਼ ਤੁਹਾਨੂੰ ਫੀਲ ਗੁੱਡ ਦੀ ਫੀਲਿੰਗ ਦੇ ਰਹੀ ਹੈ ਉਹ ਠੀਕ ਹੈ, ਐਕਸੈਪਟ ਫॉर ਕੈਮੀਕਲ ਮੈਡੀਸਨ ਫੀਲ ਗੁੱਡ ਦਿੰਦੀਆਂ ਨੇ, ਲੇਕਿਨ ਕੈਮੀਕਲ ਮੈਡੀਸਨ ਦੇ ਸਾਈਡ ਇਫੈਕਟ ਨੇ। ਸੋ ਇੱਕ ਚੀਜ਼ ਜਿਹੜੀ ਹੈ ਸਭ ਤੋਂ ਇੰਪੋਰਟੈਂਟ ਇਹ ਹੋਏਗੀ ਕਿ ਕੀ ਅਜਿਹਾ ਨਾ ਕਰੀਏ, ਜਿਹੜਾ ਤੁਸੀਂ ਇਹ ਤਾਂ ਦੱਸਤਾ ਵੀ ਆਪਾਂ ਐਕਸਰਸਾਈਜ਼ ਜਿਹੜੀ ਹੈ ਉਹ ਇਸ ਤਰੀਕੇ ਪੇਨ ਕਿਲਰਸ ਜਾਂ ਇਸ ਤਰ੍ਹਾਂ ਦਵਾਈਆਂ ਨਹੀਂ ਲੈਣੀਆਂ ਹੈਗੀਆਂ, ਹੋਰ ਕੀ ਅਜਿਹਾ ਨਾ ਕਰੀਏ ਜਿਹੜਾ ਆਪਣਾ ਬਾਡੀ ਦਾ ਢਾਂਚਾ ਜਿਹੜਾ ਉਹ ਨਾ ਵਿਗੜੇ? ਦੇਖੋ, ਉਹਦੇ ਇੱਕ ਤਾਂ ਇਹੀ ਹੈ ਵੀ ਆਪਾਂ ਜਿਹੜਾ ਅਨਨੈਸੈਸਰੀ ਰੈਸਟ ਹੈ, ਅਨਨੈਸੈਸਰੀ ਵਿਹਲੜਪੁਣਾ ਹੈ, ਇਹ ਬਹੁਤ ਖਤਰਨਾਕ ਹੈ। ਬਾਡੀ ਜਿਹੜੀ ਬਣੀ ਹੈ ਸਖਤ ਕੰਮ ਲਈ ਬਣੀ ਹੈ, ਆਪਾਂ ਸ਼ੌਕ ਨਾਲ ਭੱਜ ਕੇ ਕੰਮ ਕਰੀਏ ਘਰ ਦਾ, ਜਿੰਨਾ ਸਖਤ ਕੰਮ ਕਰੀਏ, ਜਿੰਨਾ ਬਾਡੀ ਨੂੰ ਵੱਧ ਤੋਂ ਵੱਧ ਮੂਵ ਕਰ ਸਕੀਏ ਉਹ ਮੂਵ ਕਰਨਾ। ਆਪਾਂ ਮੂਵ ਹੀ ਨਹੀਂ ਕਰਦੇ ਬਾਡੀ ਨੂੰ, ਸੋ ਉਹ ਵੀ ਇੱਦਾਂ ਦਾ ਵੀ ਨਹੀਂ ਕਰਨਾ ਚਾਹੀਦਾ। ਜਿਹੜੇ ਜੋੜ ਦੀ ਜਿੰਨੀ ਵਰਤੋਂ ਕੀਤੀ ਜਾ ਸਕਦੀ ਹੈ, ਮੋਢਾ ਬਹੁਤ ਉੱਪਰ ਤੱਕ ਘੁਮਾਇਆ ਜਾ ਸਕਦਾ, ਤਾਂ ਉਹ ਆਪਾਂ ਘੁਮਾਉਂਦੇ ਹੀ ਨਹੀਂ ਹਾਂ। ਉਹ ਹੁਣ ਅੱਗੇ ਸ਼ੋਲਡਰ ਸਟਿਫ ਹੋ ਗਿਆ, ਸਟਿਫ ਸ਼ੋਲਡਰ ਨਾ ਹੀ ਉਹਦਾ ਸਟਿਫ ਸ਼ੋਲਡਰ ਹੈ। ਸਟਿਫ ਸ਼ੋਲਡਰ ਕਿਆ ਹੁੰਦਾ? ਕਿਉਂਕਿ ਸ਼ੋਲਡਰ ਨੂੰ ਮੂਵ ਕਰਨਾ ਬੰਦ ਕਰਤਾ ਆਪਾਂ ਨੇ, ਫਰੋਜ਼ਨ ਸ਼ੋਲਡਰ ਹੈ। ਤੋ ਇੱਦਾਂ ਹੀ ਜਿਹੜੇ ਤੁਹਾਡੇ ਡੀਜਨਰੇਟ ਕਰ ਰਹੇ ਆ ਤੁਹਾਡੀਆਂ ਹਿਪ ਜੁਆਇੰਟਸ ਨੇ। ਹੁਣ ਹਿਪ ਜੁਆਇੰਟ ਡੀਜਨਰੇਟ ਕਿਉਂ ਕਰ ਰਹੇ? ਭੱਜਦੇ ਹੀ ਨਹੀਂ ਅਸੀਂ। ਜੋ ਦੌੜਾਂਗੇ, ਤੇਜ਼ ਤੁਰਾਂਗੇ ਤਾਂ ਹਿਪ ਜੁਆਇੰਟ ਕਿਉਂ ਡੀਜਨਰੇਟ ਕਰਨਗੇ? ਸੋ ਜਿਹੜਾ ਇਹ ਆਪਣੀ ਬਾਡੀ ਦੇ ਪਾਰਟਸ ਨੂੰ ਮੂਵ ਨਾ ਕਰਨਾ ਰਿਕੁਆਇਰਡ ਢੰਗ ਨਾਲ, ਉਹ ਬਹੁਤ ਹੀ ਖਤਰਨਾਕ ਹੈ। ਸੋ ਕਦੀ ਹਫ਼ਤੇ 'ਚ 1 ਜਾਂ 2 ਦਿਨ ਤਾਂ ਇਹੋ ਜਿਹਾ ਰੱਖੋ ਵੀ ਖੁੱਲ੍ਹ ਕੇ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੋਵੇ ਅਤੇ ਇਕੱਲੇ ਸਰੀਰ ਦੇ ਹਿੱਸੇ ਨੂੰ ਮੂਵ ਕਰੋ, ਇਕੱਲੇ ਨੂੰ। ਠੀਕ ਹੈ, ਤੁਹਾਨੂੰ ਰੋਜ਼ 2 ਘੰਟੇ ਨਹੀਂ ਮਿਲ ਸਕਦੇ,
ਲੇਕਿਨ ਜਿੱਦਣ 2 ਘੰਟੇ ਮਿਲ ਗਏ ਉਦੋਂ 2 ਘੰਟੇ ਦੇ ਵਿੱਚ ਫਿਰ ਸਾਰੇ ਸਰੀਰ ਦਾ ਇਕੱਲਾ ਅੰਗ ਮੂਵ ਕਰ ਦਿਓ। ਫੇਸ ਯੋਗਾ ਤੋਂ ਲੈ ਕੇ, ਗਰਦਨ ਤੋਂ ਲੈ ਕੇ, ਉਂਗਲਾਂ ਤੋਂ ਲੈ ਕੇ, ਪੈਰਾਂ ਦੀ ਉਂਗਲਾਂ ਤੋਂ ਲੈ ਕੇ ਇਕੱਲੇ ਨੂੰ ਕਰ ਦਿਓ। ਉਹਦੇ ਜਦੋਂ ਮਸਾਜ ਵੀ ਕਰਾ ਲਓ, ਹੋਰ ਕਰ ਲਓ। ਤਾਂ 2 2.5 ਘੰਟੇ 3 ਘੰਟੇ ਆਪਣਾ ਬੜੇ ਆਰਾਮ ਦੇ ਨਾਲ ਹਫ਼ਤੇ 'ਚ 1 ਜਾਂ 2 ਦਿਨ ਲਾਉਣੇ ਚਾਹੀਦੇ ਸਰੀਰ ਨੂੰ, ਜਿਹੜੀ ਹੈ ਖੁੱਲ੍ਹੇ ਤੌਰ 'ਤੇ। ਬਾਕੀ ਅੱਧਾ ਪੌਣਾ ਘੰਟਾ ਜਿਹੜਾ ਬਿਲਕੁਲ ਵਿਹਲੜਪੁਣੇ ਵਾਲਾ ਰੂਟੀਨ ਹੈ ਵੀ ਸੈਰ ਵੀ ਨਹੀਂ ਕਰਨੀ, ਕੁਛ ਨਹੀਂ ਕਰਨਾ, ਉਹ ਵੀ ਮਾੜਾ। ਉਹਦੀ ਬਜਾਏ ਜਿਹੜਾ ਕੁਛ ਨਾ ਕੁਛ ਜਿਹੜਾ ਪੌਣਾ 40 ਮਿੰਟ 45 ਮਿੰਟ ਘੰਟਾ ਡੇਲੀ ਵੀ ਲਾਉਣਾ ਬਹੁਤ ਜ਼ਰੂਰੀ ਹੈ। ਅਤੇ ਬਾਕੀ ਜਿਹੜਾ ਹੈਗਾ ਇੰਡਸਟਰੀਅਲ ਫੂਡ ਨਾ ਖਾਣੇ, ਡਿੱਬਾਬੰਦ ਫੂਡ ਨਾ ਖਾਣੇ, ਕੋਲਡ ਡਰਿੰਕਾਂ, ਜਿਹੜੇ ਡਿਫਾਈਨਡ ਫੂਡਸ, ਕਣਕ ਅਤੇ ਚੌਲ ਵੀ ਖਰਾਬ ਕਰਦੇ ਆ। ਤੁਹਾਡੇ ਜਿਹੜੇ ਫਰਾਈਡ ਫੂਡਸ ਨੇ, ਨਾਨ ਵੈਜ ਫੂਡਸ ਨੇ। ਦੁੱਧ ਜਿਹੜਾ ਹੈ ਪਾਰਟੀਕੂਲਰਲੀ ਦੁੱਧ ਬਾਰੇ ਜਿਹੜਾ ਇਮੇਜ ਬਣ ਗਿਆ ਕਿ ਹੱਡੀਆਂ ਵਾਸਤੇ ਤਾਕਤ, ਇਹ ਬਹੁਤ ਬੜਾ ਬੋਗਸ ਕੰਸੈਪਟ ਹੈ। ਜਿਹੜੀ ਉਹ ਗਾਂ ਦਾ ਦੁੱਧ ਪੀ ਸਕਦੇ ਨੇ? ਦੇਖੋ, ਗਾਂ ਦਾ ਦੁੱਧ, ਇਹ ਗੱਲ ਪੁਰਾਤਨ ਜ਼ਮਾਨੇ 'ਚ ਦੇਸੀ ਗਾਂ ਦਾ ਜਿਹੜਾ ਦੁੱਧ ਸੀਗਾ ਉਹਨੂੰ ਹੀ ਵਰਤੋਂ ਰਿਕਮੈਂਡ ਕਰਦੇ ਸੀਗੇ। ਹੁਣ ਉਹ ਗਾਂ ਜਾਂਦੀ ਸੀ ਜੰਗਲ ਚਰਨ ਵਾਸਤੇ, ਜੰਗਲ 'ਚ ਹਰ ਚੀਜ਼ ਦਾ ਪੌਦਾ ਖਾਂਦੀ ਸੀ। 100 ਕਿਸਮ ਦੇ 200 ਕਿਸਮ ਦੇ ਪੌਦੇ ਖਾ ਕੇ ਉਹ 200 ਕਿਸਮ ਦੇ ਪੌਦੇ ਦਾ ਐਕਸਟ੍ਰੈਕਟ ਉਹਦੇ ਦੁੱਧ 'ਚ ਆ ਗਿਆ। ਉਹਨੇ ਤੁਹਾਨੂੰ ਉਹਦੇ ਗੁਣ ਸੀਗੇ, ਉਹ ਦੁੱਧ ਦੇ ਗੁਣ ਨਹੀਂ ਸੀਗੇ, ਉਹ ਗੁਣ ਆ ਰਹੇ ਸੀ ਨਾਲ। ਅੱਜ ਜਿਹੜਾ ਪ੍ਰੂਵ ਹੋ ਗਿਆ ਕਿ ਐਕਸੈਸਿਵ ਪ੍ਰੋਟੀਨਸ ਖਾਣੇ ਬਹੁਤ ਖਤਰਨਾਕ ਨੇ। ਬਾਡੀ ਨੂੰ ਪ੍ਰੋਟੀਨਸ ਨਹੀਂ ਚਾਹੀਦੇ ਬਹੁਤੇ, ਸਾਨੂੰ ਸਿਰਫ 0.8 ਗ੍ਰਾਮ ਪਰ kg ਬਾਡੀ ਵੇਟ ਪ੍ਰੋਟੀਨ ਚਾਹੀਦਾ। ਦੈਟ ਮੀਨਸ 70 ਕਿਲੋ ਐਵਰੇਜ ਦਾ ਲਾ ਲਓ ਵੇਟ ਮੇਲ ਦਾ, ਤਾਂ ਸਾਨੂੰ 60 ਗ੍ਰਾਮ ਪ੍ਰੋਟੀਨ ਚਾਹੀਦੇ ਆ। ਅਤੇ 60 ਗ੍ਰਾਮ ਪ੍ਰੋਟੀਨ ਤਾਂ ਕਿਸੇ ਵੀ ਥਾਂ ਤੋਂ ਮਿਲ ਜਾਣਗੇ। ਹਰ ਫੂਡ ਪ੍ਰੋਟੀਨ ਦਾ ਬਣਿਆ ਹੋਇਆ, ਕਿਹੜਾ ਫੂਡ ਇਹਦਾ ਪ੍ਰੋਟੀਨ ਦਾ ਨਹੀਂ ਬਣਿਆ ਹੋਇਆ। ਤਾਂ ਤੁਸੀਂ ਕੁਛ ਵੀ ਖਾ ਲਓਗੇ ਤਾਂ ਪਲਾਂਟ ਬੇਸਡ ਡਾਈਟ ਜਿਹੜੀ ਆ ਉਹ ਤੁਹਾਡੀ ਪ੍ਰੋਟੀਨ ਨੀਡ ਪੂਰੀ ਕਰਦੀ ਹੈ ਬੜੇ ਆਰਾਮ ਨਾਲ। ਇਸ ਕਰਕੇ ਐਨੀਮਲ ਪ੍ਰੋਟੀਨਸ ਨਹੀਂ ਖਾਣੇ ਚਾਹੀਦੇ ਬਾਈ ਐਂਡ ਲਾਰਜ। ਜੇ ਖਾਣੇ ਹੀ ਹੋਣ ਤਾਂ ਫਿਰ ਦੇਸੀ ਗਾਂ ਦਾ ਦੇਸੀ ਘੀ, ਦਹੀਂ ਤੋਂ ਬਣੀਆਂ ਚੀਜ਼ਾਂ। ਤਾਂ ਦਹੀਂ ਜਿਹੜੀ ਆ ਥੋੜ੍ਹਾ ਕਰੈਕਟਰ ਚੇਂਜ ਹੋ ਜਾਂਦਾ ਉਹਦਾ। ਦਹੀਂ, ਲੱਸੀ, ਮੱਖਣ ਅਤੇ ਘੀ ਇਹ ਖਾਧੇ ਜਾ ਸਕਦੇ ਆ। ਦੁੱਧ ਵਾਲੀ ਚਾਹ, ਮਿਠਾਈਆਂ ਅਤੇ ਪਨੀਰ ਇਹ ਅਵੋਇਡ ਕਰਨੇ ਚਾਹੀਦੇ ਆ, ਕਿਉਂਕਿ ਇਹ ਖਰਾਬ ਕਰਦੇ ਆ। ਔਰ ਖਾਸ ਕਰਕੇ ਜਿਹੜਾ ਅੱਜ ਦਾ ਦੁੱਧ ਹੈ ਔਰ ਅੱਜ ਦਾ ਸਾਰਾ ਨਾਨ ਵੈਜ ਹੈ, ਇਹ ਸਾਰਾ ਇੰਡਸਟਰੀਅਲ ਹੈ। ਇਹ ਨੈਚੁਰਲ ਨਾਨ ਵੈਜ ਨਹੀਂ ਹੈਗਾ। ਨਾ ਮੀਟ ਨੈਚੁਰਲ ਹੈ, ਨਾ ਅੰਡੇ ਨੈਚੁਰਲ ਨੇ, ਨਾ ਤੁਹਾਡਾ ਦੁੱਧ ਨੈਚੁਰਲ ਹੈ। ਈਵਨ ਸ਼ਹਿਦ ਵੀ ਨੈਚੁਰਲ ਹੀ ਰਿਹਾ ਹੁਣ ਤਾਂ, ਹਨੀ ਵੀ ਨੈਚੁਰਲ ਹੀ ਰਿਹਾ। ਹਾਂ, ਸੋ ਇਸ ਕਰਕੇ ਅੱਜ ਤਾਂ ਇਹ ਐਨੀਮਲ ਫੂਡ ਦੀ ਕੋਈ ਜ਼ਰੂਰਤ ਬਾਡੀ ਨੂੰ ਹੈ ਨਹੀਂ ਗੀ। ਬਾਡੀ ਐਨੀਮਲ ਫੂਡ ਤੋਂ ਬਿਨਾਂ ਬਹੁਤ ਸੋਹਣਾ ਗੁਜ਼ਾਰਾ ਕਰਦੀ ਹੈ। ਔਰ ਮੈਂ ਸਮਝਦਾ ਔਰ ਜਿਹੜੀ ਇਕੋਲੋਜੀਕਲੀ ਸਸਟੇਨੇਬਲ ਵੀ ਹੈ, ਕਿਉਂਕਿ ਇੰਨਾ ਸਸਤਾ ਹੈ। ਔਰ ਇੰਨੀ ਤੁਸੀਂ ਅੱਜ ਇਸ ਤੋਂ 10 ਗੁਣਾ ਪਾਪੂਲੇਸ਼ਨ ਹੋ ਜਾਏ ਧਰਤੀ ਦੀ, ਅਤੇ ਤੁਸੀਂ ਉਹਨੂੰ ਵੈਜੀਟੇਰੀਅਨ ਫੂਡ ਖਿਲਾਉਣਾ ਚਾਹੋ, ਵੈਗਨ ਫੂਡ ਖਿਲਾਉਣਾ ਚਾਹੋ, ਬੜੇ ਆਰਾਮ ਨਾਲ ਖਵਾ ਸਕਦੇ। 10 ਗੁਣਾ ਪਾਓ। ਸਿਰਫ ਦਿੱਕਤ ਕਿੱਥੇ ਆਏਗੀ ਜਾ ਕੇ ਨਾਨ ਵੈਜ ਫੂਡ 'ਤੇ। ਜੇ ਤੁਸੀਂ ਮੀਟ ਖਾਣਾ ਚਾਹੋਗੇ ਤਾਂ ਮੀਟ ਨਹੀਂ ਤੁਸੀਂ ਜੇ ਸਾਰਿਆਂ ਨੂੰ ਖਵਾ ਸਕਦੇ, ਕਿਉਂਕਿ ਮੀਟ ਦੀ ਪ੍ਰੋਡਕਸ਼ਨ 'ਚ ਬਹੁਤ ਜ਼ਿਆਦਾ ਰਿਸੋਰਸਿਸ ਲੱਗਦੇ ਆ। ਪੱਤੇ ਖਾਣੇ, ਤੁਸੀਂ ਪੱਤੇ ਤੋੜ ਕੇ, ਹੁਣ ਮੈਂ ਸਵੇਰੇ ਖਾ ਕੇ ਕੀ ਆਇਆ, ਪੱਤੇ ਤੋਂ ਇੱਧਰ ਉੱਧਰੋਂ ਦਰਖਤਾਂ ਦੇ ਪੱਤੇ ਤੋੜੇ, ਜੂਸ ਪੀ ਲਿਆ ਉਹਦਾ, 2-4 ਫਲ ਖਾ ਲਿਓ, ਜਿੱਥੇ ਉਹ ਵੀ ਤੁਹਾਡੇ ਆਲੇ ਦੁਆਲੇ ਲਾ ਲਓ। ਇਹੋ ਜਿਹੇ ਮੁਲਕ ਨੇ ਜਿਨ੍ਹਾਂ ਨੇ ਆਪਣੇ ਘਰਾਂ 'ਚ ਇੰਨੇ ਫਲ ਲਾਏ ਹੋਏ ਆ ਕਿ ਉਹ ਫਲ ਜਿਹੜੇ ਨੇ ਫਾਲਤੂ ਫਲ ਨੇ ਉਹ ਆਪਣੇ ਦਰਵਾਜ਼ਿਆਂ 'ਤੇ ਟੰਗ ਦਿੰਦੇ ਆ ਬਾਹਰ ਲਿਫਾਫਿਆਂ 'ਚ ਪਾ ਕੇ, ਵੀ ਜਿਹਨੇ ਲੈਣੇ ਲੈ ਜਾਓ। ਤਾਂ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਆਸਾਨੀ ਨਾਲ ਹੋ ਸਕਦਾ ਹੈ। ਇੱਕ ਪਿੰਡ ਆਪਣੇ ਇੰਨੇ ਫਲ ਪੈਦਾ ਕਰ ਸਕਦਾ ਕਿ ਸਾਰੇ ਪਿੰਡ ਨੂੰ ਰਜਾ ਕੇ ਵੀ ਉਹ ਫਾਲਤੂ ਰਹਿਣ। ਔਰ ਮੁਫਤੀ ਕੀ ਹੈ, ਦਰਖਤ ਨਾਲ ਤੋੜਨੇ ਤੇ ਖਾਣੇ ਨੇ। ਸੋ ਫਲ ਸਭ ਤੋਂ ਸਸਤੀ ਚੀਜ਼ ਹੋਣਾ ਚਾਹੀਦਾ। ਤਾਂ ਅਸੀਂ ਆਪਣੇ ਆਲੇ ਦੁਆਲੇ ਕਿਹੋ ਜਿਹਾ ਕਲਚਰ ਖੜਾ ਕਰ ਲਿਆ ਜਿਹੜਾ ਕਿ ਬਹੁਤ ਹੀ ਸਿਹਤ ਲਈ ਡੈਮੇਜਿੰਗ ਹੈ। ਅਤੇ ਮੈਂ ਸਮਝਦਾ ਕਿ ਉਹ ਢਾਂਚੇ ਲਈ ਵੀ ਉਹ ਜਿਹੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਐਗਰੀਕਲਚਰ ਨੂੰ ਬਦਲੀਏ, ਫੂਡ ਨੂੰ ਬਦਲੀਏ, ਔਰ ਆਪਣਾ ਲਾਈਫ ਸਟਾਈਲ ਬਦਲੀਏ। ਸਾਰਾ ਜਿਹੜਾ ਲਾਈਫ ਸਟਾਈਲ ਅਸੀਂ ਕੰਡਮ ਜਿਹਾ, ਨਿਖਿੱਧ ਜਿਹਾ, ਬੈਠਣ ਵਾਲਾ ਸਾਰਾ ਦਿਨ, ਉਹ ਪਾ ਲਿਆ, ਉਹ ਤੋਂ ਨਿਕਲੀਏ। ਠੀਕ ਹੈ, ਜਦੋਂ ਆਰਾਮ ਕਰਨਾ ਤਾਂ ਆਰਾਮ ਕਰਨਾ, ਜਦੋਂ ਕੰਮ ਕਰਨਾ ਤਾਂ ਫਿਰ ਕੰਮ ਵੀ ਐਂ ਹੀ ਕਰਨਾ ਜਿਵੇਂ ਪੂਰਾ ਕੋਈ ਐਕਟਿਵ ਕੰਮਾਂ ਕਰਦਾ, ਜਾਂ ਜਿਵੇਂ ਕੋਈ ਮਤਲਬ ਪਹਿਲਵਾਨ ਕਰਦਾ, ਤਾਂ ਕਿ ਸਰੀਰ ਜਿਹੜਾ ਉਹ ਉਸ ਹਿਸਾਬ ਨਾਲ ਜਿਹੜਾ ਢਾਂਚਾ ਥੋੜ੍ਹਾ ਮਜ਼ਬੂਤ ਰਹੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਇਸ ਨੂੰ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਵਿਸਥਾਰ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਸਾਡਾ ਸਰੀਰਕ ਢਾਂਚਾ, ਹੱਡੀਆਂ, ਜੋੜ, ਪੱਠੇ ਕਿਉਂ ਖਰਾਬ ਹੋ ਰਹੇ ਨੇ, ਕਿੱਥੇ ਖੜੋਤ ਆ ਰਹੀ ਹੈ, ਕਿਵੇਂ ਅਸੀਂ ਆਪਣੇ ਆਪ ਨੂੰ ਜਿਹੜਾ ਬਿਮਾਰੀਆਂ ਵੱਲ ਧੱਕ ਰਹੇ ਹਾਂ, ਉਮਰ ਘਟਾ ਰਹੇ ਹਾਂ ਆਪਣੀ, ਕਿੱਥੇ ਕਿਹੜੀ ਚੀਜ਼ ਦੇ ਵਿੱਚ ਖਰਾਬੀ ਆਉਣ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਿਗੜਦੀਆਂ ਚਲੀਆਂ ਜਾਂਦੀਆਂ ਨੇ, ਕਿਸ ਤਰ੍ਹਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਆਪਣੇ ਸਾਰੇ ਅੰਗਾਂ ਨੂੰ ਠੀਕ ਰੱਖ ਸਕਦੇ ਹਾਂ, ਕਿਹੜੀਆਂ ਸਾਡੀਆਂ ਜਿਹੜੀਆਂ ਵਰਜਿਸ਼ਾਂ, ਐਕਸਰਸਾਈਜ਼ਾਂ ਨੇ ਜਿਹੜੀਆਂ ਸਾਨੂੰ ਤੰਦਰੁਸਤੀ ਵੱਲ ਲੈ ਕੇ ਜਾਂਦੀਆਂ ਨੇ, ਕਿਹੜੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਨੇ, ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ, ਕਿੰਨਾ ਸਮਾਂ ਸਾਨੂੰ ਆਪਣੇ ਸਰੀਰ ਲਈ ਦੇਣਾ ਚਾਹੀਦਾ,
ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇੱਕ ਦੂਜੇ ਦੇ ਰਿਸ਼ਤੇ ਜਿਹੜੇ ਨੇ ਉਹ ਅਸੀਂ ਆਪਣਿਆਂ ਨੂੰ ਦੱਬ ਘੁੱਟ ਕੇ ਉਹਨਾਂ ਦੀ ਮਾਲਿਸ਼ ਕਰਕੇ ਉਹਨਾਂ ਨੂੰ ਪਿਆਰ ਦੇ ਕੇ ਉਹਨਾਂ ਨੂੰ ਜਿਹੜਾ ਆਪਾਂ ਤੰਦਰੁਸਤੀ ਦੇ ਸਕਦੇ ਹਾਂ ਤੇ ਆਪਣਾ ਰਿਸ਼ਤਾ ਵੀ ਮਜ਼ਬੂਤ ਕਰ ਸਕਦੇ ਹਾਂ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਜਾਣਕਾਰੀ ਦਾ ਫਾਇਦਾ ਸਾਰਿਆਂ ਨੂੰ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।